This program is sponsored by PrimeLink Express, Gurmeet Mali, Union Truck Stop, Bakersfield, Sukhi Kuman. नमस्कार, अस्सलामुअलैकुम, सत श्री अकाल। मैं हाँ कमर संधू और ਤੁਹਾਡਾ ਇਸ ਲਾਈਵ ਸ਼ੋਅ ਦੇ ਵਿੱਚ ਸਵਾਗਤ ਹੈ। ਇਹ ਲਾਈਵ ਸ਼ੋਅ ਅਸੀਂ ਤੁਹਾਡੀ ਸੇਵਾ 'ਚ ਹਫ਼ਤੇ 'ਚ 3 ਦਿਨ ਬਾਸ ਟੀਵੀ ਅਤੇ ਗਰਬ ਪੰਜਾਬ ਦੇ ਉੱਤੇ ਪੇਸ਼ ਕਰਦੇ ਹਾਂ। ਬਾਸ ਟੀਵੀ IPTV ਦੇ ਉੱਤੇ ਉਪਲਬਧ ਆ ਔਰ ਗਰਬ ਪੰਜਾਬ ਨੂੰ ਤੁਸੀਂ USA ਦੇ ਵਿੱਚ ਸਲਿੰਗ ਦੇ ਉੱਪਰ ਦੇਖ ਸਕਦੇ ਜੀ। ਇਸ ਵੇਲੇ ਅਸੀਂ ਬਾਸ ਟੀਵੀ ਔਰ ਗਰਬ ਪੰਜਾਬ ਦੇ ਫੇਸਬੁੱਕ ਪੇਜ ਦੇ ਉੱਪਰ ਵੀ ਲਾਈਵ ਆ। ਇਸ ਵੇਲੇ ਹੈ ਨਾਰਥ ਅਮਰੀਕਾ ਦੇ ਵਿੱਚ ਸੋਮਵਾਰ ਦੀ ਸ਼ਾਮ, ਭਾਰਤ ਦੇ ਵਿੱਚ ਮੰਗਲਵਾਰ ਦੀ ਸਵੇਰ ਤੇ ਆਸਟ੍ਰੇਲੀਆ 'ਚ ਦੁਪਹਿਰ ਹੋਣ ਜਾ ਰਹੀ ਆ। ਨਾਨਕਸ਼ਾਹੀ ਸੰਮਤ 552 ਦੀ ਅੱਜ ਨਵੇਂ ਮਹੀਨੇ ਜੇਠ ਦੀ 3 ਹਾੜ ਦੀ 3 ਤਰੀਕ ਹੈ। ਅੱਜ ਦੇ ਸ਼ੋਅ ਦੇ ਦੋ ਸਪਾਂਸਰਸ ਨੇ, ਪ੍ਰਾਈਮ ਲਿੰਕ ਐਕਸਪ੍ਰੈਸ ਔਰ ਗੁਰਮੀਤ ਮੱਲੀ ਅਤੇ ਯੂਨੀਅਨ ਵਿਲੇਜ ਟਰੱਕ ਸਟਾਪ ਬੇਕਰਸਫੀਲਡ ਔਰ ਸੁਖੀ ਘੁੰਮਣ। ਅੱਜ ਅਸੀਂ ਇੱਕ ਬਹੁਤ ਡੂੰਘੇ ਸਿਆਸੀ ਮਸਲੇ ਦੇ ਉੱਤੇ ਵਿਚਾਰ ਚਰਚਾ ਕਰਨੀ ਆ। ਬਤੌਰ ਸਿਆਸੀ ਨਿਰੀਖਕ ਇਹ ਦੇਖਿਆ ਗਿਆ ਵਾ ਕਿ ਪਿਛਲੇ ਕਰੀਬ 3-4 ਦਹਾਕਿਆਂ ਤੋਂ ਲਗਾਤਾਰ ਜਿਹੜੇ ਪ੍ਰਾਂਤ ਆ, ਸਟੇਟਾਂ ਵਾ, ਰਾਜ ਆ ਜਿਹੜੇ, ਉਹਨਾਂ ਦੇ ਅਧਿਕਾਰ, ਉਹਨਾਂ ਦੀਆਂ ਪਾਵਰਸ ਹੌਲੀ ਹੌਲੀ ਘਟ ਰਹੀਆਂ ਵਾ। ਕੇਂਦਰ ਜਿਹੜਾ ਵਾ ਉਹ ਹੋਰ ਤਾਕਤਵਰ ਬਣ ਰਿਹਾ ਵਾ। ਇਹ ਇਸ ਦੇ ਬਾਵਜੂਦ ਕਿ ਜਿਹੜਾ ਭਾਰਤ ਦਾ ਸੰਵਿਧਾਨ ਆ, ਜਿਹੜਾ 1949-50 ਦੇ ਵਿੱਚ ਬਣਿਆ ਸੀ, ਉਹਦੇ ਵਿੱਚ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ, ਸਟੇਟਾਂ ਦਾ ਇਹ ਮੁਲਕ ਬਣਿਆ ਹੋਇਆ ਵਾ। ਪਰ ਇਸ ਦੇ ਬਾਵਜੂਦ ਸੰਵਿਧਾਨ ਦੇ ਵਿੱਚ ਇਹ ਜਿਹੜੀ ਪ੍ਰੋਵੀਜ਼ਨ ਆ, ਇਹਦੇ ਬਾਵਜੂਦ ਸਟੇਟਸ ਜਿਹੜੀਆਂ ਵਾ ਉਹ ਕਮਜ਼ੋਰ ਹੋ ਰਹੀਆਂ, ਕੇਂਦਰ ਤਾਕਤਵਰ ਹੋ ਰਿਹਾ ਵਾ ਔਰ ਇੰਜ ਲੱਗਦਾ ਵਾ ਕਿ ਸਟੇਟਾਂ ਨੂੰ ਕੇਂਦਰ ਨੇ ਹੌਲੀ ਹੌਲੀ ਭਿਖਾਰੀ ਬਣਾ ਦਿੱਤਾ। ਇਹ ਟ੍ਰੈਂਡ ਜਿਹੜਾ ਵਾ ਪਿਛਲੇ ਕਰੀਬ 3-4 ਦਹਾਕਿਆਂ ਤੋਂ ਬਣਿਆ। ਸੋ ਅੱਜ ਆਪਾਂ ਜਿਹੜੇ ਮਸਲੇ ਤੇ ਵਿਚਾਰ ਚਰਚਾ ਕਰਨੀ ਆ ਉਹ ਹੈ ਕਿ ਕੀ ਰਾਜਾਂ ਦੇ ਅਧਿਕਾਰ ਜਿਹੜੇ ਆ, ਉਹਨਾਂ ਦੀਆਂ ਪਾਵਰਸ ਹੈ, ਉਹਨਾਂ ਦੀ ਹੋਂਦ ਹੈ, ਉਹਨਾਂ ਤੇ ਡਾਕਾ ਵੱਜ ਰਿਹਾ ਵਾ। ਕੀ ਕੇਂਦਰ ਰਾਜਾਂ ਨੂੰ ਹੌਲੀ ਹੌਲੀ ਭਿਖਾਰੀ ਬਣਾ ਰਿਹਾ ਵਾ ਔਰ ਜੋ ਹੋਇਆ ਵਾ, ਜੋ ਪਿਛਲੇ 3-4 ਦਹਾਕੇ 'ਚ ਹੋਇਆ ਵਾ, ਉਹਦੇ ਵਾਸਤੇ ਰਾਜਾਂ ਦੀ ਲੀਡਰਸ਼ਿਪ, ਪੰਜਾਬ ਦੀ ਸਿੱਖ ਲੀਡਰਸ਼ਿਪ ਕਿਸ ਹੱਦ ਤੱਕ ਇਹਦੇ ਵਾਸਤੇ ਜ਼ਿੰਮੇਵਾਰ ਹੈ, ਇਹਦੇ ਤੇ ਆਪਾਂ ਵਿਚਾਰ ਚਰਚਾ ਕਰਨੀ ਆ। ਸਾਡੇ 3 ਨੰਬਰਸ ਨੇ ਜਿਨ੍ਹਾਂ ਤੇ ਤੁਸੀਂ ਕਾਲ ਕਰ ਸਕਦੇ ਜੇ। 2 ਨੰਬਰਸ ਅਮਰੀਕਾ ਦੇ ਨੰਬਰਸ ਆ, 9165431320 ਪਹਿਲਾ ਨੰਬਰ ਆ। ਦੂਸਰਾ ਅਮਰੀਕਾ ਦਾ ਨੰਬਰ ਆ 7187753585। ਇੱਕ ਇੰਡੀਆ ਦੇ ਨੰਬਰ ਦੇ ਉੱਤੇ ਵੀ ਤੁਸੀਂ ਕਾਲ ਕਰ ਸਕਦੇ ਜੇ। ਇੰਡੀਆ ਦੇ ਨੰਬਰ ਤੇ ਕਾਲ ਕਰਨ ਵਾਸਤੇ ਪਹਿਲਾਂ ਇੰਡੀਆ ਦਾ ਕੋਡ 011, ਫਿਰ ਚੰਡੀਗੜ੍ਹ ਦਾ ਕੋਡ 172 ਔਰ ਉਸ ਤੋਂ ਬਾਅਦ ਫਿਰ ਚੰਡੀਗੜ੍ਹ ਦਾ ਨੰਬਰ ਆ 4784401। ਮੈਂ ਫਿਰ ਚੰਡੀਗੜ੍ਹ ਦਾ ਨੰਬਰ ਦੁਹਰਾ ਦੇਵਾਂ, 4784401। ਇਹਨਾਂ ਨੰਬਰ ਤੇ ਤੁਸੀਂ ਕਾਲ ਕਰ ਸਕਦੇ। ਫੇਸਬੁੱਕ ਪੇਜ ਦੇ ਉੱਪਰ ਵੀ ਤੁਸੀਂ ਜਾ ਕੇ ਆਪਣੇ ਕਮੈਂਟਸ ਜਿਹੜੇ ਆ ਉਹ ਪੋਸਟ ਕਰ ਸਕਦੇ ਆ। ਅੱਜ ਆਪਾਂ ਇਸ ਮਸਲੇ ਤੇ, ਬੜਾ ਡੂੰਘਾ ਸਿਆਸੀ ਮਸਲਾ ਵਾ, ਗੰਭੀਰ ਮਸਲਾ ਵਾ, ਇਹਦੇ ਤੇ ਆਪਾਂ ਵਿਚਾਰ ਚਰਚਾ ਕਿਉਂ ਕਰ ਰਹੇ ਹਾਂ? ਇਹਦਾ ਮੁੱਖ ਕਾਰਨ ਇਹ ਆ ਕਿ ਸੋਮਵਾਰ ਨੂੰ, ਯਾਨੀ ਸਾਡੇ ਇੱਥੇ ਕੱਲ, ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਆ। ਉਹਨਾਂ ਨੇ ਕਿਹਾ ਕਿ ਜਿਹੜੇ 3 ਆਰਡੀਨੈਂਸ ਕੇਂਦਰ ਨੇ ਪਾਸ ਕੀਤੇ ਆ, ਅਧਿਆਦੇਸ਼ ਜਿਹਨੂੰ ਆਪਾਂ ਕਹਿ ਸਕਦੇ ਪੰਜਾਬੀ ਦੇ ਵਿੱਚ, 3 ਆਰਡੀਨੈਂਸ ਜਿਹੜੇ ਪਾਸ ਕੀਤੇ ਆ, ਉਹਨਾਂ ਨੂੰ ਵਾਪਸ ਲਿਆ ਜਾਵੇ ਕਿਉਂਕਿ ਇਹ ਰਾਜਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਦਾ ਵਾ ਔਰ ਇਹ ਜੋ ਕੀਤਾ ਗਿਆ ਵਾ ਇਹ ਕਨਸਟੀਟਿਊਸ਼ਨ ਦੇ ਖਿਲਾਫ ਆ। ਇਹ ਮੁੱਖ ਮੰਤਰੀ ਨੇ ਚਿੱਠੀ ਦੇ ਵਿੱਚ ਇਹ ਵੀ ਮੰਗ ਕੀਤੀ ਆ ਕਿ ਪੰਜਾਬ ਨੂੰ 80,000 ਕਰੋੜ ਦੀ ਮਾਲੀ ਮਦਦ ਕੀਤੀ ਜਾਏ ਤਾਂ ਕਿ ਅਸੀਂ ਆਪਣੇ ਜਿਹੜਾ COVID-19 ਕਰੋਨਾ ਵਾਇਰਸ ਦਾ ਅਸੀਂ ਮੁਕਾਬਲਾ ਕਰ ਸਕੀਏ। ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਚਿੱਠੀ ਕਿਉਂ ਲਿਖਣੀ ਪਈ? ਕਿਉਂਕਿ ਇਹ 3 ਆਰਡੀਨੈਂਸ ਪਿਛਲੇ ਦਿਨਾਂ ਦੇ ਵਿੱਚ ਪਾਸ ਹੋਏ ਆ ਔਰ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਵਾ ਵੀ ਇਹ ਕੋਆਪਰੇਟਿਵ ਫੈਡਰਲਿਜ਼ਮ ਯਾਨੀ ਸਹਿਕਾਰੀ ਸੰਘਵਾਦ ਦੇ ਖਿਲਾਫ ਹੈ। ਇਹ ਪੰਜਾਬ ਦੇ ਮੁੱਖ ਮੰਤਰੀ ਦਾ ਵਿਚਾਰ ਆ ਔਰ ਉਹਨਾਂ ਨੇ ਕਿਹਾ ਵਾ ਕਿ ਇਹ ਪੰਜਾਬ ਦੇ ਜਿਹੜੀ ਕਿਸਾਨੀ ਆ, ਫਾਰਮਿੰਗ ਸੈਕਟਰ ਹੈ ਜਿਹੜਾ, ਉਹਨੂੰ ਬਹੁਤ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਊਗਾ ਔਰ ਇਹਦੇ ਨਾਲ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਆ, ਵਿਕਾਸ ਆ, ਪਿੰਡਾਂ ਦੀ ਡਿਵੈਲਪਮੈਂਟ ਆ, ਉਹਦੇ ਤੇ ਉਹਨੂੰ ਵੀ ਢਾਹ ਲੱਗੂਗਾ ਔਰ ਇੱਕ ਖਦਸ਼ਾ ਵਾ ਕਿ ਹੌਲੀ ਹੌਲੀ ਮਿਨੀਮਮ ਸਪੋਰਟ ਪ੍ਰਾਈਸ, ਜਿਹੜੀ ਫਸਲਾਂ ਦੀ ਜਿਹੜੀ ਮਿਨੀਮਮ ਕੀਮਤ ਮਿਲਦੀ ਹੈ, ਖਾਸ ਕਰਕੇ ਝੋਨੇ ਤੇ ਕਣਕ ਦੀ ਕੀਮਤ, ਉਹ ਵੀ ਹੌਲੀ ਹੌਲੀ ਖਤਮ ਕੀਤੀ ਜਾ ਸਕਦੀ ਹੈ।
ਬਹੁਤ ਸੀਰੀਅਸ ਚਾਰजेस ਨੇ ਜਿਹੜੇ ਮੁੱਖ ਮੰਤਰੀ ਨੇ ਕੇਂਦਰ ਤੇ ਲਾਏ ਆ ਔਰ ਪਿਛਲੇ ਦਿਨਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਵੀ ਇਸੇ ਤੇ ਹੀ ਖਾਸ ਕਰਕੇ ਸੰਪਾਦਕੀ ਪੰਨੇ ਦੇ ਉੱਤੇ ਇਹਦੇ ਤੇ ਹੀ ਚਰਚਾ ਹੋ ਰਹੀ ਹੈ। ਦੇਖਦੇ ਹਾਂ ਸਾਡੇ ਪਹਿਲੇ ਕਾਲਰ ਇਸ ਮਸਲੇ ਤੇ ਕੀ ਵਿਚਾਰ ਸਾਂਝੇ ਕਰਨੇ ਚਾਹੁੰਦੇ ਆ। ਹੈਲੋ ਹਾਂਜੀ, ਕੌਣ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਮੈਂ ਸਮੀਪ ਸਿੰਘ ਗੁਮਟਾਲਾ ਬੋਲ ਰਿਹਾ ਜੀ। ਹਾਂਜੀ ਹਾਂਜੀ ਸਮੀਪ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਅੱਜ ਦੇ ਮਸਲੇ ਤੇ ਕਿ ਹੌਲੀ ਹੌਲੀ ਸਟੇਟਸ ਕਮਜ਼ੋਰ ਹੋ ਰਹੀਆਂ ਵਾ, ਕੇਂਦਰ ਸਟੇਟਾਂ ਤੇ ਧਿਆਨ ਨਹੀਂ ਦੇ ਰਿਹਾ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਹਾਂਜੀ, ਮੈਂ ਐਕਚੁਅਲੀ ਇਸ ਬਾਰੇ ਜ਼ਿਆਦਾ ਤੇ ਮੈਂ ਨਹੀਂ ਕਹਿ ਸਕਾਂਗਾ, ਪਰ ਜਿੱਥੇ ਤੱਕ ਮੈਂ ਐਕਸਪੀਰੀਅੰਸ ਕੀਤਾ, ਜਿਹੜਾ ਥੋੜਾ ਬਹੁਤ ਅਸੀਂ ਕੰਮ ਕਰ ਰਹੇ ਹਾਂ, ਜਿਹੜਾ ਤੁਸੀਂ ਦੱਸਦੇ ਰਹਿੰਦੇ ਜੇ, ਉਹਦੇ ਵਿੱਚ ਮੈਂ ਕਈ ਚੀਜ਼ਾਂ ਦੇਖੀਆਂ ਕਿ ਕਈ ਵਾਰ ਜਿਸ ਤਰ੍ਹਾਂ ਕਹਿੰਦੇ ਨੇ ਕਿ ਪੈਸੇ ਫੰਡਸ ਜਿਹੜੇ ਨੇ, ਪਾਵਰ ਤੇ ਚਲੋ ਵੱਖਰੀ ਗੱਲ ਹੈ, ਕਈ ਵਾਰੀ ਫੰਡ ਸੈਂਟਰ ਦਿੰਦੀ ਆ ਜੀ, ਉਹ ਪੰਜਾਬ ਸਰਕਾਰ ਜਾਂ ਸਟੇਟ ਗਵਰਨਮੈਂਟ ਵੱਲੋਂ ਠੀਕ ਤਰ੍ਹਾਂ ਯੂਜ਼ ਵੀ ਨਹੀਂ ਕੀਤੇ ਜਾਂਦੇ। ਰਾਈਟ, ਇਹ ਬੜਾ ਕਈ ਵਾਰੀ ਸੁਣਨ ਚ ਆਇਆ। ਉਹਦਾ ਮੈਂ ਤੁਹਾਨੂੰ ਸਿੰਪਲ ਐਗਜ਼ਾਮਪਲ ਵੀ ਦੇ ਦਿੰਦਾ ਕਿ ਚਲੋ ਠੀਕ ਹੈ, ਕੇਂਦਰ ਵੀ ਕਰ ਰਹੀ ਹੈ, ਧੱਕਾ ਵੀ ਕਰ ਰਹੀ ਹੈ, ਪਰ ਇਹ ਸਾਰੇ ਜ਼ਿੰਮੇਵਾਰ ਹੈ। ਜੇ ਪੰਜਾਬ ਸਰਕਾਰ ਕਹੇਗੀ ਕਿ ਅਸੀਂ ਨਹੀਂ ਕੁਝ ਕਰ ਰਹੇ, ਉਹਦਾ ਸਿੰਪਲ ਜਿਹਾ ਐਗਜ਼ਾਮਪਲ ਹੈ ਇੱਕ ਕਿ ਹੁਣ ਜਿਸ ਤਰ੍ਹਾਂ ਸਾਡੀ ਪੰਜਾਬ ਦੀ ਕਿਸਾਨੀ ਹੈ, ਉਹਦਾ ਮੇਨ ਸਾਡੇ ਕਿਸਾਨ ਐਗਰੀਕਲਚਰ ਆ ਸਾਡਾ, ਤੇ ਐਗਰੀਕਲਚਰ ਲਈ ਸਾਡੇ ਕੋਲ ਬੜਾ ਵਧੀਆ ਗੇਟਵੇ ਆਫ ਇੰਡੀਆ ਹੈਗਾ, ਵਿਚ ਇਜ਼ ਅੰਮ੍ਰਿਤਸਰ ਤੋਂ ਆ ਕੇ ਸਾਰਾ ਜਿਹੜਾ ਸਾਡਾ ਟ੍ਰੇਡ ਹੈ ਜਾਂ ਕਿਸ ਤਰ੍ਹਾਂ ਵੀ ਹੈ, ਉਹ ਟ੍ਰੇਡ ਬਾਈ ਏਅਰ ਵੀ ਹੈ, ਏਅਰ ਵੀ ਅਸੀਂ ਜਿਸ ਤਰ੍ਹਾਂ ਕਹਿ ਰਹੇ ਕੋਸ਼ਿਸ਼ ਅਸੀਂ ਕਰਦੇ ਰਹਿੰਦੇ ਹਾਂ। ਉਹਦੇ ਵਿੱਚ ਮੈਨੂੰ ਇੰਨਾ ਦੁੱਖ ਹੋ ਰਿਹਾ ਕਿ ਚਲੋ ਠੀਕ ਆ, ਅਸੀਂ ਸਾਡੇ ਪੰਜਾਬੀ ਜਿਹੜੇ ਸਾਰੇ ਬਾਹਰ ਨੂੰ ਜਾ ਰਹੇ ਨੇ, ਉਧਰੋਂ ਆਪਾਂ ਪੰਜਾਬ ਵੱਲ ਨੂੰ ਕਿੱਦਾਂ ਲੈ ਕੇ ਆਣੇ, ਲੋਕ ਇਹਨਾਂ ਨੂੰ ਨਹੀਂ ਪਤਾ ਉਹ ਕਿਸ ਤਰ੍ਹਾਂ ਹੋ ਸਕਦਾ। ਮੈਡੀਕਲ ਟੂਰਿਜ਼ਮ ਇਫ ਵੀ ਹੈਵ ਫਲਾਈਟ ਓਕੇ, ਬਟ ਜੇ ਫਲਾਈਟ ਕੋ ਚੱਲਦੀ ਹੈ ਇੱਥੋਂ, ਇਸ ਵਕਤ ਪੰਜਾਬ ਦਾ ਕੋਈ ਇਹਨਾਂ ਦਾ ਪਲਾਨ ਨਹੀਂ ਹੈਗਾ ਕਿ ਕਾਰਗੋ, ਸਾਰਿਆਂ ਨੂੰ ਝੋਨੇ ਤੇ ਉਧਰ ਫਸਲਾਂ ਲੱਗੇ ਨੇ, ਕੋਈ ਮੈਨੂੰ 2 ਸਾਲ ਹੋ ਗਏ ਨੇ, 3 ਸਾਲ, ਕੋਈ ਐਸਾ ਪਲਾਨ ਲੱਭਾ ਨਹੀਂ ਹੈ ਜਿੱਥੇ ਇਹਨਾਂ ਨੇ ਕੋਈ ਕਿਸਾਨਾਂ ਨੂੰ ਇਹਨਾਂ ਦੀ ਜਿਹੜੀਆਂ ਸਬਜ਼ੀਆਂ ਐਸੀਆਂ ਬਣਾਈਆਂ ਜਾਣ ਜਿਹਦੇ ਨਾਲ ਉਹਨਾਂ ਨੂੰ ਵਧੀਆ ਕੀਮਤ ਮਿਲੇ। ਹਰ ਸਾਲ ਮੈਂ ਸੁਣਦਾ MSP ਜਿਹੜਾ ਬੜੀ ਇਸ਼ੂ ਹੁੰਦੀ ਹੈ, ਪਰ ਜਿਹੜੇ ਪੈਰੀਸ਼ੇਬਲ ਕਾਰਗੋ ਕਿਸੇ ਤਰ੍ਹਾਂ ਬਾਹਰ ਜਾਇਆ ਜਾ ਸਕੇ, ਯੂਰਪ ਵੱਲ ਜੇ ਲੰਡਨ ਫਲਾਈਟ ਜਾ ਰਹੀ ਹੈ, ਪਰ ਉਹਦੇ ਵਿੱਚ ਕੋਈ ਨਹੀਂ। ਹੁਣ ਮੈਂ ਥੋੜੀ ਸਟੱਡੀ ਕਰਨੀ ਸ਼ੁਰੂ ਕੀਤੀ ਹੈ, ਇਹ ਪਤਾ ਲੱਗ ਰਿਹਾ ਕਿ ਪਹਿਲੀ ਗੱਲ ਪੈਸਟੀਸਾਈਡਸ ਹੈ, ਕਿਸਾਨਾਂ ਕੋਲ ਟ੍ਰੇਨਿੰਗ ਨਹੀਂ ਹੈ, ਤੇ ਜਿਹੜਾ ਅੰਮ੍ਰਿਤਸਰ ਹੈ, ਜਿਹੜਾ ਮਾਝੇ ਵਾਲਾ ਇਲਾਕਾ ਵਾ, ਉਹਨੂੰ ਤੇ ਇਹਨਾਂ ਨੇ ਪੂਰਾ ਹੀ, ਪੰਜਾਬ ਸਰਕਾਰ ਵੀ ਬੜਾ ਵਿਤਕਰਾ ਕਰ ਰਹੀ, ਜੋ ਮੈਂ ਪੜ੍ਹ ਰਿਹਾ ਇਸ ਵਕਤ। ਸੋ ਕੋਈ ਵੀ ਜਿਹੜੇ ਪ੍ਰੋਜੈਕਟ ਨੇ, ਸੈਂਟਰਲ ਗਵਰਨਮੈਂਟ ਨੇ ਇੱਕ ਸਿੰਪਲ ਪ੍ਰੋਜੈਕਟ ਮੈਂ ਦੱਸ ਰਿਹਾ, ਸੌਫਟਵੇਅਰ ਟੈਕਨੋਲੋਜੀ ਪਾਰਕ ਦਿੱਤਾ ਸੀ ਅੰਮ੍ਰਿਤਸਰ ਨੂੰ, ਉਹ ਤੇ ਜ਼ਮੀਨ ਪਈ ਹੈ, ਉਸ ਤਰ੍ਹਾਂ ਪਈ ਹੈ, ਦੇयर इज नो ਪਲਾਨ ਹਾਊ ਟੂ ਇੰਪਲੀਮੈਂਟ ਇਟ, ਕਿਉਂਕਿ ਸਾਡੇ ਕੋਲ ਕੁਝ ਫਲਾਈਟਸ ਹੈਗੀਆਂ ਵੀ, 에ਅਰਪੋਰਟ ਵੀ ਹੈਗਾ। ਸੈਕੰਡਲੀ ਤੁਸੀਂ ਸੰਧੂ ਸਾਹਿਬ, ਮੈਂ ਥੋੜਾ ਟਾਈਮ ਲੈ ਗਿਆ, ਦੇਖੋ ਕੋਈ ਨਹੀਂ, ਪਲੀਜ਼ ਟੇਕ ਯੂਰ ਟਾਈਮ, ਅਸੀਂ ਬੈਠ ਕੇ ਇਸ ਮਸਲੇ ਤੇ ਆਪਾਂ ਬਹੁਤ ਡਿਟੇਲ ਚ ਵਿਚਾਰ ਕਰਨਾ। ਹਾਂਜੀ, ਮੈਂ ਅਮਰੀਕਾ 'ਚ ਬੈਠ ਕੇ ਅਸੀਂ ਸੈਂਟਰਲ ਗਵਰਨਮੈਂਟ ਨੂੰ ਕਹੀ ਜਾਂਦੇ ਆ ਕਿ ਇਹ ਫਲਾਈਟ ਨਹੀਂ ਆਉਣ ਦਿੰਦੇ। ਸੈਂਟਰਲ ਗਵਰਨਮੈਂਟ ਨੇ ਕਹਿਤਾ ਓਕੇ 12 ਮੁਲਕਾਂ ਤੋਂ ਤੁਸੀਂ ਵਿਦੇਸ਼ੀ ਕੈਰੀਅਰ ਫਲਾਈਟ ਲੈ ਕੇ ਆ ਸਕਦੇ। ਮੈਂ ਇੱਥੇ ਬਹਿ ਕੇ 에ਅਰਲਾਈਨਸ ਨੂੰ ਅਪਰੋਚ ਕਰ ਰਿਹਾ, ਡੇਟਾ ਦੇਖ ਰਿਹਾ, ਕਾਹਦਾ ਸਿਵਲ ਐਵੀਏਸ਼ਨ ਪਾਲਿਸੀ ਹੈ ਪੰਜਾਬ ਸਰਕਾਰ ਦੀ, ਕਿੱਥੇ ਨੇ ਲੋਕ ਜਿਨ੍ਹਾਂ ਨੇ ਅਪਰੋਚ ਕਰਨਾ। ਇਫ ਵੀ ਕੈਨ ਅਪਰੋਚ ਫਿਊ 에ਅਰਲਾਈਨਸ ਵਿਦ ਦ ਡੇਟਾ ਹੇਅਰ, ਜਦੋਂ 에ਅਰਲਾਈਨ ਸਾਨੂੰ ਕਹਿੰਦੀ ਕਿ ਸਾਨੂੰ ਕੋਈ ਇਨਸੈਂਟਿਵ ਦਿਓ, ਮਤਲਬ $5 ਦੇ ਦਿਓ, 10 ਦੇ ਦਿਓ, ਉਹ ਕੁਝ ਵੀ ਇਹਨਾਂ ਕੋਲ ਦੇਣ ਲਈ ਹੈਗੇ ਨਹੀਂ ਹੈ। ਬਸ ਇਹਨਾਂ ਦਾ ਫੋਕਸ ਲੱਗਿਆ 3 에ਅਰਪੋਰਟ 4 에ਅਰਪੋਰਟ ਹੋ ਜਾਣ, ਜਦਕਿ ਕੋਈ ਫੋਕਸਡ ਅਪਰੋਚ ਹੀ ਨਹੀਂ ਹੈਗੀ ਸਟੇਟ ਗਵਰਨਮੈਂਟ ਦੀ। ਫਿਰ ਜਦੋਂ ਤੁਹਾਨੂੰ ਘਾਟਾ ਪੈਂਦਾ ਤੁਸੀਂ ਸੈਂਟਰ ਨੂੰ ਇਲਜ਼ਾਮ ਦੇ ਦਿਓ, ਸੈਂਟਰ ਨੇ ਤੁਹਾਨੂੰ 에ਅਰਪੋਰਟ ਦੇ ਦਿੱਤਾ, ਠੀਕ ਹੈ ਨਾ, ਉਹਨੂੰ ਹੁਣ ਤੁਸੀਂ ਕਿੱਦਾਂ ਕਾਰਗੋ ਕਰਨਾ, ਉਹ ਕੰਮ ਸਟੇਟ ਦਾ ਵਾ। ਸਟੇਟ ਕਿਉਂ ਨਹੀਂ ਕਰਦੀ? ਮਹਾਰਾਸ਼ਟਰ ਇਜ਼ ਫੁਲੀ ਡਿਵੈਲਪਡ ਇਨ ਥੀਸ ਥਿੰਗਸ, ਵਾਈ ਕਾਂਟ ਦੇ ਬ੍ਰਿੰਗ ਮੈਡੀਕਲ ਟੈਰਰਿਜ਼ਮ? ਸਮੀਪ ਜੀ, ਦੋ ਗੱਲਾਂ ਦੇਖੋ, ਸਟੇਟ ਰਾਜ ਨੇ, ਕੇਂਦਰ ਨੇ ਤੁਹਾਨੂੰ 에ਅਰਪੋਰਟ ਦੇ ਦਿੱਤਾ, ਲੇਕਿਨ ਜੇ ਤੁਸੀਂ ਕਾਰਗੋ ਦਾ ਇਸਤੇਮਾਲ ਕਰਨਾ ਵਾ, ਜੇ ਤੁਸੀਂ ਆਪਣੀਆਂ ਸਬਜ਼ੀਆਂ ਦੂਜੇ ਮੁਲਕਾਂ 'ਚ ਭੇਜਣੀਆਂ ਵਾ ਜਾਂ ਕੋਈ ਚੀਜ਼ ਇੰਪੋਰਟ ਕਰਨੀ ਆ, ਉਹਦੇ ਵਾਸਤੇ ਸੈਂਟਰ ਦੀ ਪਰਮਿਸ਼ਨ ਚਾਹੀਦੀ ਹੁੰਦੀ ਹੈ, ਉਹ ਫਿਰ ਕਿੱਥੋਂ ਆਊਗੀ? ਨਹੀਂ, ਪਰਮਿਸ਼ਨ ਦੀ, ਸੈਂਟਰ ਦੀ ਪਰਮਿਸ਼ਨ ਤੁਹਾਡੇ ਕੋਲ ਜਿਹੜੀ ਫਸਲ ਹੈ, ਸਾਰਾ ਕੁਝ ਫਲਾਈਟਸ ਲਈ, ਜਿਹੜੀਆਂ ਫਲਾਈਟ ਆਣੀਆਂ ਕੰਟਰੀ ਤੋਂ, ਉਹਦੇ ਲਈ ਸੈਂਟਰ ਦੇ ਨਾਲ ਹਵਾਈ ਸਮਝੌਤੇ ਚਾਹੀਦੇ ਨੇ ਉਹਨਾਂ ਕੰਟਰੀਜ਼ ਦੇ। ਪਹਿਲੀ ਗੱਲ ਹਵਾਈ ਸਮਝੌਤੇ ਚਾਹੀਦੇ ਆ ਜਿਹੜੇ ਨਹੀਂ ਹੋ ਰਹੇ, ਸੋ ਇਹਦੇ ਵਾਸਤੇ ਤੇ ਇਹ ਕੇਂਦਰ ਨੂੰ ਕਰਨਾ ਪਊ ਔਰ ਪੰਜਾਬ ਨੂੰ ਮੰਗ ਕਰਨੀ ਪਊ। ਤੁਸੀਂ ਬਿਲਕੁਲ ਸਹੀ ਕਿਹਾ ਕਿ ਜੇ ਤੁਸੀਂ ਅਮਰੀਕਾ 'ਚ ਬੈਠੇ ਮੰਗ ਕਰ ਸਕਦੇ ਜੇ, ਤੇ ਸਾਡੇ ਇੱਥੇ ਪੰਜਾਬ ਸਰਕਾਰ ਕਿਉਂ ਨਹੀਂ ਮੰਗ ਕਰ ਸਕਦੀ? ਪਹਿਲੀ ਗੱਲ। ਲੇਕਿਨ ਜੇ ਆਪਾਂ ਕਾਰਗੋ ਦਾ ਇਸਤੇਮਾਲ ਕਰਨਾ ਵਾ ਸਮੀਪ ਜੀ, ਜੇ ਕਾਰਗੋ ਦਾ ਇਸਤੇਮਾਲ ਕਰਨਾ ਵਾ, ਅਸੀਂ ਸਬਜ਼ੀਆਂ ਪਾਕਿਸਤਾਨ, ਅਫਗਾਨਿਸਤਾਨ, ਗਲਫ ਦੇ ਵਿੱਚ ਭੇਜਣੇ ਆ, ਤੇ ਉਹ ਫਿਰ ਕੇਂਦਰ ਦੀ ਅਪਰੂਵਲ ਤੋਂ ਬਿਨਾਂ ਤਾਂ ਨਹੀਂ ਹੋ ਸਕਦੀਆਂ। ਨਹੀਂ ਸੰਧੂ ਸਾਹਿਬ, ਜਿਹੜੀਆਂ ਫਲਾਈਟਸ ਜਾ ਰਹੀਆਂ ਉਹ ਕੇਂਦਰ ਦੀ ਕਾਹਦੀ ਅਪਰੂਵਲ ਹੈ? ਲੰਡਨ 'ਚ ਫਲਾਈਟ ਭੇਜਣੀ, ਕੋਈ ਚੀਜ਼ ਭੇਜਣੀ ਹੈ, ਜੇ ਤੁਹਾਡੇ ਕੋਲ ਫਸਲ ਨਹੀਂ ਹੈਗੀ, ਉੱਥੇ ਪੰਜਾਬ ਦੀ ਸਰਕਾਰ ਨੇ ਅਪਰੋਚ ਕਰਨਾ। ਦੀ ਪਰਮਿਸ਼ਨ ਚਾਹੀਦੀ ਹੈ ਜੀ, ਕਿਹੜੇ ਮੁਲਕਾਂ ਨੂੰ ਤੁਸੀਂ ਕੀ ਚੀਜ਼ ਐਕਸਪੋਰਟ ਕਰ ਸਕਦੇ ਜੀ, ਉਹਦੀ ਪਰਮਿਸ਼ਨ ਚਾਹੀਦੀ। ਮੈਂ ਇਸ ਬਾਰੇ ਜਿੱਥੇ ਤੱਕ ਮੈਨੂੰ ਪਤਾ, ਜਿਸ ਤਰ੍ਹਾਂ ਮੈਡੀਕਲ ਟੂਰਿਜ਼ਮ ਹੈ ਹੁਣ ਪੰਜਾਬ ਦੀ, ਮੈਡੀਕਲ ਟੂਰਿਜ਼ਮ ਡੈਫੀਨੇਟਲੀ ਹੋ ਸਕਦੀ ਆ। ਕਿਸੇ ਵੇਲੇ ਅੰਮ੍ਰਿਤਸਰ ਇੱਕ ਮੈਡੀਕਲ ਸੈਂਟਰ ਸੀਗਾ,
ਸਾਰੀ ਮੁਲਕ ਦੇ ਲੋਕ ਅੰਮ੍ਰਿਤਸਰ ਦੇ ਇਲਾਜ ਕਰਾਉਣ ਆਉਂਦੇ ਸੀ। ਗਵਰਨਮੈਂਟ ਕਾਲਜ ਮੈਡੀਕਲ ਕਾਲਜ ਬਹੁਤ ਮਸ਼ਹੂਰ ਕਾਲਜ ਸੀ ਅੰਮ੍ਰਿਤਸਰ ਦਾ। ਔਰ ਉਸ ਤੋਂ ਬਾਅਦ ਫਿਰ ਮੈਨੂੰ ਯਾਦ ਆ ਇੱਕ ਡਾਕਟਰ ਸਰੀਨ ਹੋਏ, ਉਹ ਕਿਡਨੀ ਸਪੈਸ਼ਲਿਸਟ ਸੀ। ਉਹਨਾਂ ਨੇ ਕਿਡਨੀ ਦੇ ਬਹੁਤ ਸਾਰੇ ਆਪਰੇਸ਼ਨ ਕੀਤੇ, ਪਰ ਇੱਕ ਉਹ ਫਿਰ ਇੱਕ ਕੇਸ ਦੇ ਵਿੱਚ ਫਸ ਗਏ ਔਰ ਉਸ ਤੋਂ ਬਾਅਦ ਉਹ ਕਿਡਨੀ ਟ੍ਰਾਂਸਪਲਾਂਟ ਵੀ ਖਤਮ ਕਰਤਾ ਗਿਆ। ਮੈਡੀਕਲ ਟੂਰਿਜ਼ਮ ਬਹੁਤ ਵੱਡਾ ਸਕੋਪ ਹੈ। ਮੈਨੂੰ ਯਾਦ ਹੈ ਡਾਕਟਰ ਲਜੀਤ ਸਿੰਘ ਅੱਖਾਂ ਦੇ ਮਾਹਰ ਜਿਹੜੇ ਹੁਣ ਦੁਨੀਆ ਦੇ ਵਿੱਚ ਨਹੀਂ ਰਹੇ, ਲੇਕਿਨ ਉਹਨਾਂ ਦਾ ਹਸਪਤਾਲ ਚੱਲ ਰਿਹਾ ਵਾ। ਮੈਨੂੰ ਯਾਦ ਆ ਕਿਸੇ ਵੇਲੇ ਜੇ ਅੰਮ੍ਰਿਤਸਰ ਦੀ ਫਲਾਈਟ ਦੇ ਵਿੱਚ 50 ਪੈਸੇਂਜਰ ਹੁੰਦੇ ਸੀ ਤਾਂ ਉਹਦੇ ਵਿੱਚ 20 ਪੈਸੇਂਜਰ ਉਹਨਾਂ ਤੋਂ ਇਲਾਜ ਕਰਾਉਣ ਵਾਸਤੇ ਆਉਂਦੇ ਸੀ। ਮੈਡੀਕਲ ਟੂਰਿਜ਼ਮ ਵਾਕਈ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਮੋਟ ਕੀਤੀ ਜਾ ਸਕਦੀ ਹੈ ਸਮੀਪ ਜੀ। ਹਾਂਜੀ, ਹੋਰ ਬਹੁਤ ਇਲਾਕੇ ਨੇ, ਬਹੁਤ ਚੀਜ਼ਾਂ ਨੇ ਜਿਹੜੇ ਮੁਲਕਾਂ ਕੋ ਪਰਮਿਸ਼ਨ ਹੈਗੀ ਹੈ। ਪੰਜਾਬ ਗਵਰਨਮੈਂਟ, ਸਟੇਟ ਗਵਰਨਮੈਂਟ ਹੈਜ਼ ਟੂ ਕਮ ਅਪ ਡੂ ਸਮਥਿੰਗ, ਕੋਈ ਨਾ ਕੋਈ ਉਹਨਾਂ ਨਾਲ ਗੱਲਬਾਤ ਕਰਨ ਜਾਂ ਕਿਸ ਤਰ੍ਹਾਂ। ਕੋਈ ਪਲਾਨ ਨਹੀਂ ਹੈ, ਕੁਝ ਨਹੀਂ ਹੈ। ਹੁਣ ਦੁਬਈ ਸਾਡੇ ਮੁੰਡੇ ਫਸੇ ਹੋਏ ਨੇ ਜੀ, ਮੈਂ ਤੁਹਾਨੂੰ ਉਹ ਦਿਨ ਇਸ਼ੂ ਦੱਸੀ ਸੀ, ਤੇ ਇੰਨਾ ਹਜ਼ਾਰ ਮੁੰਡਾ। ਕੇਰਲਾ ਨੂੰ 127 ਫਲਾਈਟ ਜਾ ਚੁੱਕੀਆਂ। ਆਈ ਨੋ ਉਹਨਾਂ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਬਾਹਰ, ਪਰ ਕੋਈ ਨਾ ਕੋਈ ਇੱਥੋਂ ਕੋਈ ਨਾ ਕੋਈ ਗੱਲ ਕਰਕੇ ਕਿਸੇ ਤਰ੍ਹਾਂ ਕਰਕੇ ਸਟੇਟ ਗਵਰਨਮੈਂਟ ਨੂੰ ਕੋਈ ਨਾ ਕੋਈ ਪਲਾਨ ਲੈ ਕੇ ਇਹਨਾਂ ਵੱਲ ਕੰਮ ਕਰਨਾ ਚਾਹੀਦਾ ਹੈ। ਤੇ ਮੈਂ ਸਮਾਂ ਜ਼ਿਆਦਾ ਲੈ ਗਿਆ, ਪਰ ਮੈਂ ਸਟੇਟ, ਚਲੋ ਠੀਕ ਆ, ਮੰਨਦੇ ਆ ਸੈਂਟਰਲ ਗਵਰਨਮੈਂਟ ਧੱਕਾ ਕਰਦੀ ਜਾਂ ਕਿਸ ਤਰ੍ਹਾਂ ਵੀ ਆ, ਪਰ ਸਟੇਟ ਗਵਰਨਮੈਂਟ ਨੂੰ ਵੀ ਆਪਣਾ ਕੰਮ ਕਰਨਾ ਚਾਹੀਦਾ ਵਾ। ਬਿਲਕੁਲ, ਮਿਹਰਬਾਨੀ, ਥੈਂਕ ਯੂ ਸਮੀਪ ਜੀ। ਬਿਲਕੁਲ ਸਹੀ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਬਹੁਤ ਵੱਡੇ ਪੱਧਰ ਤੇ ਕੋਸ਼ਿਸ਼ ਕਰਨੀ ਚਾਹੀਦੀ। ਪੰਜਾਬ ਸਰਕਾਰ ਕੋਸ਼ਿਸ਼ ਕਰੂਗੀ ਤੇ ਤਦ ਕੇਂਦਰ ਜਿਹੜੀ ਆ ਉਹ ਜਾਗਦੀ ਅੱਖਾਂ ਖੋਲਦੀ ਆ। ਔਰ ਜਿਵੇਂ ਇਹਨਾਂ ਨੇ ਕਿਹਾ ਕਿ ਗਲਫ 'ਚ ਮੁੰਡੇ ਫਸੇ ਆ, ਜੇ ਕੇਰਲਾ ਆਪਣੇ ਬੰਦਿਆਂ ਨੂੰ ਵਾਪਸ ਲਿਆ ਸਕਦੇ ਤੇ ਪੰਜਾਬ ਕਿਉਂ ਨਹੀਂ ਲਿਆ ਸਕਦੀ। ਮੀਨਵਾਈਲ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨਾਲ ਪਹਿਲਾਂ ਸੰਪਰਕ ਕਰਦੇ ਹਾਂ। ਹੈਲੋ, ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ? ਚਰਨ ਸਿੰਘ ਪ੍ਰੇਮਪੁਰਾ ਬੋਲਦਾ, ਨਿਊਯਾਰਕ ਤੋਂ। ਹਾਂਜੀ ਹਾਂਜੀ, ਪ੍ਰੇਮਪੁਰਾ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। 1 ਮਿੰਟ ਜ਼ਰਾ ਹੋਲਡ ਕਰੋਗੇ ਪ੍ਰੇਮਪੁਰਾ ਜੀ? ਹਾਂਜੀ, ਮੈਂ 2-3 ਕਮੈਂਟਸ ਜਿਹੜੇ ਸਾਡੇ ਫੇਸਬੁੱਕ ਤੇ ਆਏ ਉਹ ਪੜ੍ਹਨਾ ਚਾਹੁੰਦਾ, ਉਸ ਤੋਂ ਪਹਿਲਾਂ ਵੀ ਉਹ ਥੱਲੇ ਚਲੇ ਜਾਣ। ਜਰੂਰ ਪੜੋ, ਸਾਰਿਆਂ ਨੂੰ ਹਾਜ਼ਰੀ ਲਵਾਓ। ਹਾਂਜੀ ਹਾਂਜੀ, ਇੱਕ ਤੇ ਰਾਣਾ ਪਰਮਜੋਤ ਸਾਡੇ ਨਾਲ ਜੁੜੇ, ਕਹਿ ਰਹੇ ਬਹੁਤ ਚੰਗਾ ਸਬਜੈਕਟ ਹੈ। ਜੱਸਾ ਸਰਾਮ ਵੀ ਇਸ ਵੇਲੇ ਜੁੜ ਗਏ ਨੇ। ਰਾਣਾ ਪਰਮਜੋਤ ਜੀ, ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਵੀ ਇਹ ਇੰਨਾ ਇੰਪੋਰਟੈਂਟ ਮਸਲਾ ਵਾ ਵੀ ਤੁਸੀਂ ਵੀ ਆਪਣੀ ਇਨਪੁਟ ਜ਼ਰੂਰ ਦਿਓ। ਮੀਨਵਾਈਲ ਰਵਿੰਦਰ ਸਿੰਘ ਸੋਢੀ ਕਹਿ ਰਹੇ ਨੇ ਕਿ ਕੁਝ ਤਾਂ ਕੇਂਦਰ ਸਰਕਾਰ ਦੀ ਕਾਰਸਤਾਨੀ ਆ ਤੇ ਕੁਝ ਰਾਜ ਸਰਕਾਰਾਂ ਆਪ ਹੀ ਜ਼ਿੰਮੇਵਾਰ ਹਨ। ਵੋਟਾਂ ਵਟੋਰਨ ਲਈ ਲੋੜ ਤੋਂ ਵੱਧ ਰਿਆਇਤਾਂ ਦੇ ਦਿੰਦੇ ਆ, ਅਨਾਉਂਸ ਕਰ ਦਿੰਦੇ ਆ। ਰਾਜ ਸਰਕਾਰਾਂ ਆਪਣੇ ਖਰਚੇ ਕਾਬੂ ਹੇਠ ਨਹੀਂ ਕਰ ਸਕਦੀਆਂ। ਕਾਂਗਰਸ ਨੇ ਹੀ ਰਾਜ ਸਰਕਾਰਾਂ ਨੂੰ ਭਿਖਾਰੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਰਵਿੰਦਰ ਸਿੰਘ ਸੋਢੀ ਹੁਣਾਂ ਦਾ ਬਹੁਤ ਸਟਰੋਂਗ ਵਿਚਾਰ ਆ। ਰਵਿੰਦਰ ਸਿੰਘ ਸੋਢੀ ਨੇ ਇਹ ਵੀ ਕਿਹਾ ਵਾ ਕਿ ਕਾਰਗੋ ਵਰਗੀਆਂ ਸਹੂਲਤਾਂ ਲਈ ਹਰ ਕੇਂਦਰ ਸਰਕਾਰ ਭਿੰਨ ਭੇਦ ਕਰਦੀ ਆ, ਹਰ ਖੇਤਰ ਵਿੱਚ ਰਾਜਨੀਤੀ ਨਹੀਂ ਕਰਨੀ ਚਾਹੀਦੀ। ਮੈਂ ਬਿਲਕੁਲ ਸਹਿਮਤ ਹਾਂ ਰਵਿੰਦਰ ਸਿੰਘ ਸੋਢੀ ਜੀ ਕਿ ਸਾਨੂੰ ਫੈਸਿਲਿਟੀਜ਼ ਹੋਰ ਚਾਹੀਦੀਆਂ, ਪਰ ਪੰਜਾਬ ਸਰਕਾਰ ਨੂੰ ਵੀ ਆਪਣੀ ਧੱਕਾ ਜਿਹੜਾ ਵਾ ਕੋਸ਼ਿਸ਼ ਜਿਹੜੀ ਆ ਉਹ ਕਰਨੀ ਪਵੇਗੀ, ਧੱਕਾ ਮਾਰਨਾ ਪਵੇਗਾ। ਹੁਣ ਆਪਾਂ ਦੇਖਦੇ ਹਾਂ ਕਿ ਪ੍ਰੇਮਪੁਰਾ ਜੀ ਇਸ ਮਸਲੇ ਤੇ ਕਿ ਕੇਂਦਰ ਕੀ ਰਾਜ ਸਰਕਾਰਾਂ ਕਿਵੇਂ ਕਮਜ਼ੋਰ ਹੋ ਰਹੀਆਂ, ਕੌਣ ਜ਼ਿੰਮੇਵਾਰ ਹੈ ਦੇ ਵਾਸਤੇ। ਦੇਖਦੇ ਹਾਂ ਪ੍ਰੇਮਪੁਰਾ ਜੀ ਕੀ ਵਿਚਾਰ ਰੱਖਦੇ ਆ। ਹੈਲੋ, ਹਾਂਜੀ ਸਰ ਜੀ, ਸੰਧੂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਪ੍ਰੇਮਪੁਰਾ ਜੀ। ਸੰਧੂ ਸਾਹਿਬ, ਪਿਛਲੀ ਵਾਰੀ ਨਾ ਸਾਡੇ ਹਰਿਆਣੇ 'ਚ ਹਾਂਜੀ ਝੋਨੇ ਦੀ ਖਰੀਦ ਬੜੀ ਰੁਲ ਕੇ ਹੋਈ ਜੀ। ਕੋਈ ਟਰੈਲੀ ਕਿਹੜੇ ਲਿਜਾਣੀ ਪਈ, ਕਿਸੇ ਨੂੰ ਕਿਹੜੇ ਲਿਜਾਣੀ ਪਈ, ਆੜਤੀ ਬਾਵਾਂ ਖਲੀਆਂ ਕਰ ਗਏ। ਰਾਈਟ। ਦਰਅਸਲ ਜਦੋਂ ਕੋਈ ਰੱਜ ਜਾਂਦਾ ਤੇ ਉਹਨੂੰ ਧੱਕੇ ਨਾਲ ਰੋਟੀ ਖਵਾਓ ਤੇ ਉਹ ਨਹੀਂ ਖਾਂਦਾ। ਨਾਜ ਇੰਡੀਆ ਕੋਲ ਇਸ ਵੇਲੇ ਵਾਧੂ ਹੋ ਗਏ ਹੈ। ਹਾਂਜੀ, ਸਾਨੂੰ ਪਾਕਿਸਤਾਨ ਨਾਲ ਜਿੰਨਾ ਮਰਜ਼ੀ ਵੈਰ ਰੱਖਣਾ ਹੋਵੇ, ਪਰ ਸਾਨੂੰ ਉੱਥੇ ਬਿਜ਼ਨਸ ਦਾ ਸਾਨੂੰ ਬਾਰਡਰ ਖੋਲਣਾ ਚਾਹੀਦਾ। ਬਿਲਕੁਲ ਠੀਕ ਹੈ ਜੀ। ਜੇ ਅਸੀਂ ਗੁਆਂਢੀਆਂ ਨਾਲ ਬਿਜ਼ਨਸ ਨਹੀਂ ਨਾ ਖੋਲਾਂਗੇ ਤੇ ਸਾਡਾ ਜਿੰਨਾ ਅਸੀਂ ਨਾਜ ਪੈਦਾ ਕਰਨੇ ਆ, ਹੁਣ ਵੀ ਮੰਡੀਆਂ ਦੇ ਵਿੱਚ ਅਸੀਂ ਵੇਖ ਰਹੇ ਆ ਕਣਕ ਗਲ ਰਹੀ ਹੈ, ਤਰਪਾਲਾਂ ਵੀ ਕੋਨੀ ਗੌਰਮੈਂਟ ਕੋਲ ਉਹਨੂੰ ਕੱਜਣ ਦੀਆਂ ਖਰੀਦ ਲਈ ਏ ਜੀ, ਪਰ ਉਹ ਟੀਵੀ ਦੇ ਖਬਰਾਂ 'ਚ ਵੇਖੀਆਂ ਗਲ ਰਹੀਆਂ ਬੋਰੀਆਂ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਜੀ। ਨਾਜ ਹੋ ਗਿਆ ਵਾਧੂ। ਸਾਨੂੰ ਆਂਢ ਗੁਆਂਢ ਨਾਲ ਬਾਰਡਰ ਖੋਲ ਦੇਣੇ ਚਾਹੀਦੇ ਨੇ ਬਿਜ਼ਨਸ ਵਾਸਤੇ। ਵੈਰ ਆਪਣੇ ਥਾਂ ਹੈ, ਬਿਜ਼ਨਸ ਆਪਣੇ ਥਾਂ ਹੈ। ਬਿਲਕੁਲ ਠੀਕ ਹੈ ਜੀ, ਮੈਂ ਸਹਿਮਤ ਹਾਂ। ਪ੍ਰੇਮਪੁਰਾ ਜੀ, ਪਾਕਿਸਤਾਨ ਦੇ ਨਾਲ, ਹੋਰ ਅਫਗਾਨਿਸਤਾਨ ਦੇ ਨਾਲ, ਈਰਾਨ ਦੇ ਨਾਲ, ਨੇਪਾਲ ਦੇ ਨਾਲ, ਸ੍ਰੀਲੰਕਾ, ਇਹ ਸਾਰੇ ਸਟੇਟਾਂ ਦੇ ਨਾਲ ਸਾਨੂੰ ਵਪਾਰ ਕਰਨਾ ਚਾਹੀਦਾ। ਔਰ ਜੇ ਪਾਕਿਸਤਾਨ ਨਾਲ ਵਪਾਰ ਖੁੱਲ੍ਹਦਾ ਵਾ ਤੇ ਸਭ ਤੋਂ ਜ਼ਿਆਦਾ ਫਾਇਦਾ ਜਿਹੜੀਆਂ ਬਾਰਡਰ ਸਟੇਟਸ ਹੈ, ਖਾਸ ਕਰਕੇ ਪੰਜਾਬ ਨੂੰ ਹੋਊਗਾ। ਹਾਂਜੀ ਹਾਂਜੀ। ਔਰ ਮੈਂ ਪ੍ਰੇਮਪੁਰਾ ਜੀ ਮੇਰੀ ਇਹ ਵੀ ਮੰਗ ਰਹੀ ਆ ਕਿ ਜਿੰਨੀਆਂ ਬਾਰਡਰ ਸਟੇਟਸ ਆ, JNK, ਪੰਜਾਬ, ਰਾਜਸਥਾਨ, ਗੁਜਰਾਤ, ਇਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਕੇਂਦਰ ਕੋਲ ਜਾਣਾ ਚਾਹੀਦਾ ਵਾ ਵੀ ਸਾਨੂੰ ਜਾਂ ਤੇ ਮੁਆਵਜ਼ਾ ਦਿਓ ਜਿੰਨਾ ਸਾਨੂੰ ਨੁਕਸਾਨ ਹੁੰਦਾ ਵੀ ਟ੍ਰੇਡ ਨਹੀਂ ਖੁੱਲੀ ਨਾਲ ਦੇ ਮੁਲਕਾਂ ਦੇ ਨਾਲ, ਤੇ ਜਾਂ ਫਿਰ ਸਾਨੂੰ ਟ੍ਰੇਡ ਕਰਨ ਦਿਓ ਇਹਨਾਂ ਮੁਲਕਾਂ ਦੇ ਨਾਲ।
ਮੁਆਵਜ਼ਾ ਤੇ ਬੰਦ ਕਰ ਰਹੇ ਨੇ, ਕਹਿੰਦੇ ਅਸੀਂ ਖਰੀਦਣੀ ਕੋਈ ਨਹੀਂ। ਹਾਂਜੀ, ਮੁਆਵਜ਼ਾ ਤੋਂ ਬੰਦ ਕਰ ਰਹੇ ਨੇ ਵੀ ਅਸੀਂ ਖਰੀਦਣੀ ਨਹੀਂ। ਹਾਂ, ਜਿੱਥੇ ਮਰਜ਼ੀ ਵੇਚ ਲਓ ਜਾ ਕੇ। ਤੁਸੀਂ MSP ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਗਵਰਨਮੈਂਟ ਦਾ ਕੰਟਰੋਲ ਰੇਟ ਹੈ ਉਹ ਉਹਨਾਂ ਬੰਦ ਕਰਤੀ ਤੇ ਵੱਡੇ ਵਜ਼ੀਰਾਂ ਨੇ ਆਪਣੀ ਮਰਜ਼ੀ ਨਾਲ ਖਰੀਦਣੀ। ਬਿਲਕੁਲ 100 ਰੁਪਏ ਕੱਟ ਲਾ ਕੇ ਮੂੰਜੀ ਵਿਕੇ, ਝੋਨਾ ਵਿਕਿਆ ਮੈਂ ਹਰਿਆਣੇ ਚ ਪਿਛਲੀ ਵਾਰੀ। ਬਿਲਕੁਲ ਬਿਲकुल। ਥੈਂਕ ਯੂ ਪ੍ਰੇਮਪੁਰਾ ਜੀ, ਤੁਸੀਂ ਜੁੜੇ ਸਾਡੇ ਨਾਲ। ਵਾਕਈ ਹਾਲੀ MSP ਖਤਮ ਨਹੀਂ ਹੋਈ, ਲੇਕਿਨ MSP ਜਿਹੜੀ ਘੱਟੋ ਘੱਟ ਸਮਰਥਨ ਮੁੱਲ ਹੈ, ਜਿਹੜਾ ਮਿਨੀਮਮ ਸਪੋਰਟ ਪ੍ਰਾਈਸ, ਉਹਦਾ ਖਤਮ ਹੋਣ ਦਾ ਖਦਸ਼ਾ ਜਿਹੜਾ ਵਾ ਕਿਸਾਨਾਂ ਨੂੰ ਹੈ। ਔਰ ਇਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਨੂੰ ਔਰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਆ। ਮੀਨਵਾਈਲ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ, ਉਹਨਾਂ ਦੇ ਨਾਲ ਸੰਪਰਕ ਕਰਦੇ ਹਾਂ। ਹੈਲੋ ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਹਾਂਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਇਕਬਾਲ ਬੋਲਦਾ ਮੈਂ ਵਿਨਿਪੈਗ ਤੋਂ। ਹਾਂਜੀ ਇਕਬਾਲ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਅੱਜ ਵਾਲੇ ਮਸਲੇ ਤੇ ਵੀ ਸਟੇਟਸ ਕਮਜ਼ੋਰ ਹੋ ਰਹੀਆਂ ਵਾ, ਕੇਂਦਰ ਸਟੇਟਸ ਦੇ ਬਲ ਦੇ ਉੱਤੇ ਤਾਕਤਵਰ ਹੋ ਰਿਹਾ ਵਾ, ਕੀ ਇਹ ਚੰਗੀ ਪਰੰਪਰਾ ਵਾ? ਨਹੀਂ, ਚੰਗੀ ਨਹੀਂ ਹੈ, ਪਰ ਆਪਾਂ ਪਹਿਲਾਂ ਇਹ ਗੱਲ ਕਲੀਅਰ ਹੋ ਜੇ ਕਿ ਇਹ ਅੱਜ ਤੋਂ ਨਹੀਂ ਹੋ ਰਹੀਆਂ, ਤਾਂ 70 ਸਾਲ ਦੇ ਰੌਲਾ ਪੈ ਰਿਹਾ ਸਟੇਟਸ ਕਮਜ਼ੋਰ ਹੋ ਰਹੀਆਂ। 70 ਤੋਂ ਐਗਜ਼ੈਕਟਲੀ ਨਹੀਂ, ਪਿਛਲੇ 30-40 ਸਾਲਾਂ ਤੋਂ ਇਹ ਟ੍ਰੈਂਡ ਜ਼ਿਆਦਾ ਵਧਿਆ ਵਾ। ਪਹਿਲੋਂ ਮੈਨੂੰ ਯਾਦ ਆ ਪੰਡਿਤ ਜਵਾਹਰ ਲਾਲ ਨਹਿਰੂ ਫੋਰਨ ਟੂਰ ਤੇ ਵੀ ਜਾਂਦੇ ਸੀ ਤੇ ਸਟੇਟਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਜਾਂਦੇ ਸੀ, ਮੁੱਖ ਮੰਤਰੀ ਦੇ ਨਾਲ। ਹਾਂਜੀ, ਜੇ ਮੈਂ ਨਹੀਂ ਭੁੱਲਦਾ ਤਾਂ ਜਦੋਂ AIDMK ਨੇ ਜ਼ੋਰ ਫੜਿਆ ਆਪਣਾ ਤਾਮਿਲਨਾਡੂ ਦੇ ਵਿੱਚ ਇਨ ਦ 60s ਤੇ ਉਹਨਾਂ ਨੇ ਤਾਂ ਰੌਲਾ ਪਾ ਲਿਆ ਸੀ ਸਾਨੂੰ ਦਾ ਮੁਲਕ ਦੇ। ਸੋ ਆਈ ਥਿੰਕ ਇਟਸ ਬੀਨ ਮੋਰ ਦੈਨ 25 ਇਅਰਸ। ਓਕੇ, ਮੇਬੀ 40 ਇਅਰਸ। ਹਾਂਜੀ ਹਾਂਜੀ ਹਾਂਜੀ। ਮਸਲਾ ਕੀ ਹੈ ਕਿ ਇੰਡੀਆ ਇਜ਼ ਅ ਕੰਟਰੀ, ਇੰਡੀਆ ਇਜ਼ ਮੈਨੀ ਕੰਟਰੀਜ਼ ਪ੍ਰੀਟੈਂਡਿੰਗ ਟੂ ਬੀ ਅ ਕੰਟਰੀ। ਬਹੁਤ ਸਾਰੇ ਮੁਲਕ ਇਕੱਠੇ ਹੋ ਕੇ ਇੱਕ ਮੁਲਕ ਬਣਦੇ ਪਏ ਨੇ। ਇਟ ਇਜ਼ ਅ ਯੂਨੀਅਨ ਆਫ ਸਟੇਟਸ। ਵਾਕਈ ਇਟਸ ਅ ਯੂਨੀਅਨ ਆਫ ਸਟੇਟਸ, ਐਗਜ਼ੈਕਟਲੀ। ਜੇ ਤੁਸੀਂ ਕਨਸਟੀਟਿਊਸ਼ਨ ਪੜ੍ਹੋ, ਇੰਡੀਆ ਸ਼ੈਲ ਬੀ ਅ ਯੂਨੀਅਨ ਆਫ ਸਟੇਟਸ, ਰਾਈਟ? ਠੀਕ ਹੈ ਜੀ। ਸੋ ਯੂਨੀਅਨ ਹੈ, ਆਪਣੇ ਆਪ ਚ ਜੇ ਸੈਂਟਰ ਕੁਝ ਕਰ ਲੇਗਾ, ਇਹ ਤਾਂ ਤੁਹਾਡਾ ਖਿਆਲ ਹੀ ਹੈ। ਜਾਣੀ ਕਿ ਕੋਈ ਐਡਾ ਸੋਚ ਵੀ ਸਕਦਾ ਕਿ ਦਿੱਲੀ ਤੋਂ ਬਹਿ ਕੇ ਤੇ 130 ਕਰੋੜ ਲੋਕਾਂ ਨੂੰ ਕੰਟਰੋਲ ਕੀਤਾ ਜਾ ਸਕਦਾ? ਜੀ, ਇਟਸ ਜਸਟ ਨਾਟ ਪੋਸੀਬਲ, ਹੋ ਹੀ ਨਹੀਂ ਸਕਦਾ, ਹੈ ਨਾ ਜੀ। ਸੋ ਪਾਵਰ ਸਟੇਟਾਂ ਨੂੰ ਦੇਣੀ ਪੈਣੀ ਹੈ ਨਾ। ਹੁਣ ਜਿਵੇਂ ਯੂਨੀਅਨ ਲਿਸਟ ਹੈ, ਕੌਨਕਰੈਂਟ ਲਿਸਟ ਹੈ, ਫਿਰ ਸਟੇਟ ਲਿਸਟ ਹੈ ਜੀ, ਕਨਸਟੀਟਿਊਸ਼ਨ ਚ ਜਿਹੜੀਆਂ, ਇਹ ਵੀ ਰਿਵਾਈਜ਼ ਹੋਣੀਆਂ ਚਾਹੀਦੀਆਂ। ਅੱਜ ਆਪਣੇ ਕੋਲੇ ਸੈਂਟਰ ਕੋਲੇ ਜ਼ਿਆਦਾ ਇਖਤਿਆਰ ਨੇ, ਸਟੇਟਾਂ ਕੋਲੇ ਘੱਟ ਨੇ, ਉਹ ਲਿਸਟਾਂ ਦੇ ਵਿੱਚ, ਠੀਕ ਆ। ਬਟ ਜਿਹੜੇ ਇਖਤਿਆਰ ਰਾਜਾਂ ਕੋਲੇ ਹੈਗੇ ਨੇ ਉਹ ਵੀ ਅੱਜ ਕੱਲ੍ਹ ਸੈਂਟਰ ਕੋਲੇ ਨੇ। ਫੋਰ ਐਗਜ਼ਾਮਪਲ ਐਜੂਕੇਸ਼ਨ, ਰਾਈਟ, ਠੀਕ ਆ। ਐਜੂਕੇਸ਼ਨ ਇਜ਼ ਅ ਸਟੇਟ ਸਬਜੈਕਟ, ਰਾਈਟ। ਜਿਹੜਾ ਰਾਜ ਆ ਉਹ ਤੈਅ ਕਰੇਗਾ ਕਿ ਆਪਣਾ ਇਹ ਇੱਥੇ ਬੱਚਿਆਂ ਨੂੰ ਕੀ ਪੜ੍ਹਾਇਆ ਜਾਏਗਾ ਜੀ। ਪਰ ਹੁਣ ਆਪਣੇ ਜਿੰਨੇ ਸਕੂਲ ਤੁਸੀਂ ਦੇਖੇ ਨੇ, ਵੱਡੇ ਸਕੂਲ ਨੇ, ਮੈਂ ਖੁਦ ICSE ਚੋਂ ਪੜ੍ਹਿਆ, ਸੋ ਜਿਹੜੇ ਸਾਰੇ ਨੇ ਉਹ ਹੋ ਗਏ ਨੇ ਆਪਣੇ ਸੈਂਟਰ ਦੇ ਹੇਠ। CBSE ਹੈ ਜਾਂ ICSE ਹੈ ਜੀ। ਪੰਜਾਬ ਸਕੂਲ ਸਿੱਖਿਆ ਬੋਰਡ ਕੌਣ ਭੇਜਦਾ ਰਹੇ ਬੱਚਿਆਂ ਨੂੰ ਅੱਜ ਕੱਲ੍ਹ, ਰਾਈਟ? ਇਟਸ ਕੰਸੀਡਰਡ ਅ ਬੰਪ ਅਪ ਇਨ ਸੋਸਾਇਟੀ ਜੇ ਤੁਸੀਂ ਪੰਜਾਬ ਸਕੂਲ ਤੋਂ ਅੱਗੇ ਚਲੇ ਜਾਂਦੇ CBSE, ਹੈ ਨਾ ਜੀ। ਸੋ ਦਿਸ ਇਜ਼ ਐਵਰੀਵੇਅਰ, ਠੀਕ ਆ। ਸੋ ਇਹਦੇ ਨਾਲ ਕੀ ਮਸਲਾ ਪਿਆ? ਇਹਦੇ ਨਾਲ ਆਪਣਾ ਐਜੂਕੇਸ਼ਨ ਸਿਸਟਮ ਵੀਕ ਹੋ ਗਿਆ। ਅੱਜ ਇੱਥੋਂ ਤੱਕ ਹਾਲ ਨੇ ਪੰਜਾਬ ਦੇ। ਜਿਵੇਂ ਐਜੂਕੇਸ਼ਨ ਦੀ ਮੈਂ ਗੱਲ ਕਰਾਂ ਕਿ ਬਹੁਤ ਸਾਰੇ ਇਹੋ ਜਿਹੇ ਮੇਰੇ ਦੋਸਤ ਨੇ, ਉਹ ਆਪਣੇ 5 ਦਰਿਆ ਨਹੀਂ ਗਿਣਾ ਸਕਦੇ ਪੰਜਾਬ ਦੇ। ਲੈਟ ਅਲੋਨ ਇਹ ਦੱਸਦੇ ਨੇ ਵੀ ਕਿਹੜੇ ਪਾਸੇ ਨੂੰ ਕਿੱਥੋਂ ਵਹਿੰਦੇ ਨੇ ਤੇ ਕੀ ਹੈ ਤੇ ਕੀ ਨਹੀਂ। ਏਡੀ ਵੱਡੀ ਆਪਣੀ ਇਹ ਧਰੋਹਰ ਹੈ ਪੰਜਾਬ ਦਾ, ਹਨਾ। ਸੋ ਇਹ ਤਾਂ ਕੱਲੀ ਐਜੂਕੇਸ਼ਨ ਦੀ ਗੱਲ ਹੈ। ਹੁਣ ਤੁਸੀਂ ਜੋ ਪੋਲੀਟਿਕਸ ਤੇ ਆ ਜਾਓ ਤਾਂ ਪੋਲੀਟਿਕਸ ਤਾਂ ਫੋਰਐਵਰ ਇੱਥੇ ਕੀ ਕੁਛ ਨਹੀਂ ਹੋਇਆ। ਆਪਣਾ ਕਾਂਗਰਸ ਦੀ ਸਰਕਾਰ ਜਦੋਂ ਇੱਥੇ ਆਈ ਹੈ, I will not name names, but you know what I'm talking about. Yes, yes. ਠੀਕ ਹੈ ਜੀ, ਹਨਾ। ਇੱਥੇ ਕਿਸੇ ਦੀ ਕਿਹਨੇ ਬਾਂਹ ਮਰੋੜੀ ਹੈ, ਕਿੱਥੋਂ ਕਿਹਨੇ ਕੀ ਸਾਈਨ ਕੀਤਾ, ਕਿੱਥੋਂ, ਹਨਾ। ਸੋ ਇਹ ਚੀਜ਼ਾਂ ਨੇ ਜਿਹੜੀਆਂ, these are very serious. And what's more important, Sandhu Sahab, ਜੀ, and I think this is the most important point, ਸਭ ਤੋਂ ਵੱਡੀ ਗੱਲ ਹੈ ਜੀ ਜੀ ਕਿ ਆਪਣੀ ਆਬਾਦੀ ਪੰਜਾਬੀਆਂ ਦੀ ਕੁਝ 2% ਤੋਂ ਘੱਟ ਹੈ ਪੂਰੇ ਹਿੰਦੁਸਤਾਨ ਦੀ ਆਬਾਦੀ ਚ, ਠੀਕ ਹੈ ਜੀ। ਪੰਜਾਬ ਦੀ ਇਕਨੋਮੀ 14ਵੀਂ ਵੱਡੀ ਇਕਨੋਮੀ ਹੈ, ਰਾਈਟ, ਪੂਰੇ ਇੰਡੀਆ ਚੋਂ। ਪਰ ਮਸਲਾ ਹੁਣ ਕੀ ਹੈ ਕਿ ਆਪਣੇ ਜਿਹੜਾ ਪਾਪੂਲੇਸ਼ਨ ਗਰੋਥ ਰੇਟ ਆਪਣਾ ਉਹ ਹੈਗਾ 2.4 ਫਰਟੀਲਿਟੀ ਹੈ। ਸੋ ਮਤਲਬ ਕਿ ਆਪਾਂ ਸਟੇਬਲ ਜੇ ਹੁਣ 3 ਕਰੋੜ ਦੇ ਆਸ-ਪਾਸ ਆਬਾਦੀ ਹੈ, ਹੋਰ 50 ਸਾਲ ਨੂੰ 3.25 ਹੋ ਜਾਏਗੀ ਵੱਧ ਤੋਂ ਵੱਧ, ਠੀਕ ਹੈ। ਪਰ ਹੋਰ ਜਿਹੜੀਆਂ ਸਟੇਟਾਂ ਨੇ ਜਿੱਥੇ ਮਿਸਮੈਨੇਜਮੈਂਟ ਆ, ਬੁਰਾ ਹਾਲ ਹੈ, ਤੁਹਾਨੂੰ ਪਤਾ ਕਿਹੜੀਆਂ ਸਟੇਟਾਂ ਨੇ, ਮੈਂ ਕਿਹਦੀ ਗੱਲ ਕਰਦਾ ਪਿਆ, ਬੁਰਾ ਹਾਲ ਹੈ, ਹਨਾ। ਉੱਥੇ ਅਸੀਂ ਪੋਪੂਲੇਸ਼ਨ ਕੰਟਰੋਲ ਕਰ ਲਈ, ਉਹਦਾ ਸਾਨੂੰ ਨੁਕਸਾਨ ਹੋਇਆ। ਜਿਨ੍ਹਾਂ ਸਟੇਟਾਂ ਨੇ ਪੋਪੂਲੇਸ਼ਨ ਕੰਟਰੋਲ ਨਹੀਂ ਕੀਤੀ ਉਹਨਾਂ ਨੂੰ ਫਾਇਦਾ ਹੋਇਆ। ਉਹ ਨਹੀਂ, ਹੁਣ ਉਹਨੂੰ ਫਾਇਦਾ ਤਾਂ ਉਹਨਾਂ ਨੂੰ ਚਲੋ ਆਪਣੇ ਸਾਹਮਣੇ ਕੀ ਹੋ ਰਿਹਾ, ਬਟ ਉਹ ਜਿਹੜਾ ਆਪਣਾ ਵੀ ਸਰਮਾਇਆ ਹੈ ਜੋ ਆਪਾਂ ਦਿੰਦੇ ਹਾਂ ਸੈਂਟਰ ਨੂੰ, ਉਹ ਕਿੱਥੇ ਜਾ ਰਿਹਾ? ਕੱਲ ਨੂੰ ਆਪਣੇ ਤੇ ਆ ਕੇ ਜਿਨ੍ਹਾਂ ਨੇ ਰਾਜ ਕਰਨਾ ਉਹ ਕਿੱਥੋਂ ਆਉਣਗੇ? ਬਿਲਕੁਲ ਠੀਕ ਹੈ।
ਰਾਈਟ, ਥੈਂਕ ਯੂ। ਸੋ ਬਹੁਤ ਜ਼ਰੂਰੀ ਗੱਲ। ਥੈਂਕ ਯੂ ਇਕਬਾਲ ਜੀ। ਸਟੇਟ ਜਿਹੜੀਆਂ ਸੰਵਿਧਾਨ ਦੀਆਂ 3 ਲਿਸਟ ਆ, ਸੈਂਟਰਲ ਲਿਸਟ, ਕਨਕਰੈਂਟ ਲਿਸਟ ਤੇ ਸਟੇਟ ਲਿਸਟ, ਇਹਨਾਂ ਨੂੰ ਰਿਵਾਈਜ਼ ਕਰਨਾ ਚਾਹੀਦਾ, ਇਕਬਾਲ ਉਹਨਾਂ ਦਾ ਖਿਆਲ ਆ। ਅਨਫੋਰਚੂਨੇਟਲੀ ਰਿਵਾਈਜ਼ ਹੋ ਰਹੀ ਆ, ਲੇਕਿਨ ਉਹਦੇ ਸਟੇਟਾਂ ਨੂੰ ਨੁਕਸਾਨ ਹੋ ਰਿਹਾ, ਔਰ ਸਭ ਤੋਂ ਜ਼ਿਆਦਾ ਨੁਕਸਾਨ ਐਮਰਜੈਂਸੀ ਵੇਲੇ 1975 ਔਰ 77 ਦੇ ਵਿੱਚ ਹੋਇਆ, ਜਦੋਂ ਬਹੁਤ ਸਾਰੇ ਅਧਿਕਾਰ ਸਟੇਟਾਂ ਦੇ ਕੇਂਦਰ ਨੇ ਖੋਲੇ। ਫੋਰੈਸਟ, ਐਜੂਕੇਸ਼ਨ, এনवायरमेंट ਵਗੈਰਾ ਵਗੈਰਾ, ਇਹ ਸਾਰੇ ਅਧਿਕਾਰ ਜਿਹੜੇ ਆ ਕੇਂਦਰ ਨੇ ਲੈ ਲਏ। ਐਜੂਕੇਸ਼ਨ ਦੇ ਵੀ ਕੇਂਦਰ ਨੇ ਉਹਦੇ ਕਾਨੂੰਨ ਬਣਾ ਲਏ, ਔਰ ਹੁਣ ਵੀ ਜਿਹੜੇ ਆ 3 ਆਰਡੀਨੈਂਸ ਕੀਤੇ ਆ, ਇਹਦੇ ਵਿੱਚ ਐਗਰੀਕਲਚਰ ਜਿਹੜਾ ਸਟੇਟ ਲਿਸਟ ਦੀ ਐਂਟਰੀ 14 ਵਾ, ਉਹਦੇ ਤੇ ਕੇਂਦਰ ਜਿਹੜਾ ਵਾ ਉਹ ਐਨਕਰੋਚਮੈਂਟ ਕਰ ਰਿਹਾ ਵਾ, ਉਹਦੇ ਤੇ ਡਾਕਾ ਮਾਰ ਰਿਹਾ ਵਾ। ਸੋ ਹੌਲੀ ਹੌਲੀ ਕੇਂਦਰ ਜਿਹੜਾ ਵਾ ਉਹ ਸੈਂਟਰ ਦੇ ਕੇਂਦਰ ਜਿਹੜਾ ਵਾ ਸੈਂਟਰ ਜਿਹੜਾ ਵਾ ਉਹ ਸਟੇਟਾਂ ਦੇ ਅਧਿਕਾਰਾਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ, ਔਰ ਇਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਨੂੰ ਚਿੱਠੀ ਲਿਖੀ ਹੈ। ਲੇਕਿਨ ਕਾਫੀ ਹੱਦ ਤੱਕ ਪੰਜਾਬ ਦੀ ਆਪਣੀ ਲੀਡਰਸ਼ਿਪ ਵੀ ਇਹ ਸਭ ਕੁਝ ਜੋ ਹੋ ਰਿਹਾ ਇਹਦੇ ਵਾਸਤੇ ਜ਼ਿੰਮੇਵਾਰ ਹੈ, ਮੈਂ ਦੱਸੂਗਾ। ਪਰ ਉਸ ਤੋਂ ਪਹਿਲਾਂ ਮੈਂ ਇਸ ਪ੍ਰੋਗਰਾਮ ਦੇ ਵਿੱਚ ਹੀ ਇਹਦੇ ਤੇ ਵਿਚਾਰ ਚਰਚਾ ਕਰੂੰਗਾ, ਪਰ ਉਸ ਤੋਂ ਪਹਿਲਾਂ ਮੈਂ ਇੱਕ ਹੋਰ ਕਾਲ ਲੈ ਰਿਹਾ। ਹੈਲੋ ਹੈਲੋ, ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਪਰਮਜੋਤ ਬੋਲ ਰਿਹਾ ਜੀ ਟੋਰਾਂਟੋ ਤੋਂ। ਹਾਂਜੀ ਪਰਮਜੋਤ ਜੀ। ਹਾਂਜੀ ਸੰਧੂ ਸਾਹਿਬ, ਇਹਦੀ ਸੈਂਟਰਲਾਈਜੇਸ਼ਨ ਤਾਂ ਮੈਂ ਕਹੂੰਗਾ ਵੀ ਕਾਂਗਰਸ ਦੇ ਟਾਈਮ ਤੋਂ ਹੀ ਮੀਨਸ ਸੀਗੀ, ਪਰ ਇਹਨਾਂ ਨੇ ਜਿਹੜਾ ਹੁੰਦਾ ਨਾ ਵੀ ਫਾਸਟ ਟਰੈਕ ਦੇ ਉੱਤੇ ਪਾਤੀ ਹੋਈ ਹੈ ਮੋਦੀ ਉਹਨਾਂ ਨੇ। ਕਾਰਨ ਬਈ ਐਬਸੋਲੂਟ ਜਿਹੜੀ ਮੈਜੋਰਿਟੀ ਮਿਲ ਗਈ 2014 ਦੇ ਵਿੱਚ, ਖਾਸ ਕਰਕੇ ਮੋਦੀ ਵਰਗੀ ਪਰਸਨੈਲਿਟੀ ਨੂੰ ਜੀ। ਜਿਹੜੀ ਕਾਂਗਰਸ ਵੇਲੇ ਦੀ ਕਾਫੀ ਐਗਜ਼ਾਮਪਲਸ ਨੇ, ਉਹਦੇ ਵਿੱਚੋਂ ਮੈਂ ਇੱਕ ਹੀ ਐਗਜ਼ਾਮਪਲ ਦਊਂਗਾ ਵੀ ਜਿਹੜੇ ਗਵਰਨਰ ਇਹਨਾਂ ਨੇ ਲਾਏ ਹੁੰਦੇ ਆ ਨਾ ਸਟੇਟਾਂ ਦੇ ਵਿੱਚ ਜੀ, ਉਹ ਬੇਸਿਕਲੀ ਸੈਂਟਰ ਗਵਰਨਮੈਂਟ ਦੇ ਹੀ ਰਿਪਰੈਜ਼ੈਂਟੇਟਿਵ ਹੁੰਦੇ ਨੇ ਸਟੇਟਸ ਦੇ ਵਿੱਚ ਬਾਹਾਂ ਮਰੋੜਨ ਵਾਸਤੇ ਜੀ। ਬਿਲਕੁਲ ਠੀਕ ਹੈ। ਔਰ ਇਹ ਬਾਹਾਂ ਮੁੱਦੀ ਉਹਨਾਂ ਨੇ ਤਾਂ ਰੱਜ ਕੇ ਦੇਖੋ ਮਰੋੜੀਆਂ ਨੇ ਸਟੇਟਸ ਦੇ ਵਿੱਚ। ਗਵਰਨਮੈਂਟ ਜਿਹੜੀਆਂ ਹੈਗੀਆਂ ਨੇ ਆਪੋਜੀਸ਼ਨ ਪਾਰਟੀ ਦੀਆਂ ਯਾਨੀ ਖਤਮ ਕਰਕੇ ਤੇ ਆਪਣੀ ਗਵਰਨਮੈਂਟ ਬਣਾਉਣ ਵਾਸਤੇ, ਇਹ ਤਾਂ ਕਮਜ਼ੋਰੀ ਸੀਗੀ ਕਾਂਗਰਸ ਦੀ ਜੀ, ਇਹ ਵਾਲੀ ਜਿਹੜੀ ਇਹ ਵਾਲੀ ਦੇਣ ਹੈ ਜੀ ਗਵਰਨਰਸ ਵਾਲੀ। ਪਰ ਇਹ ਜਿਹੜੀ ਐਬਸੋਲੂਟ ਮੈਜੋਰਿਟੀ ਆ ਗਈ ਮੋਦੀ ਦੀ, ਤੇ ਉਹਦੇ ਨਾਲ ਮੀਨਸ ਇਹ ਜਿਹੜਾ ਵਰਤਾਰਾ ਹੈ ਨਾ, ਇਹ ਹੋਣਾ ਹੀ ਹੋਣਾ ਸੀਗਾ ਜੀ। ਆਪਾਂ ਇਹੀ ਨਾ ਵੇਖੀਏ ਕਿ ਗਵਰਨਮੈਂਟ ਪਾਲਿਸੀਜ਼ ਦੇ ਵਿੱਚ ਸੈਂਟਰਲਾਈਜੇਸ਼ਨ ਆ, ਇਵਨ ਬੀਜੇਪੀ ਦੇ ਵਿੱਚ ਸੈਂਟਰਲਾਈਜੇਸ਼ਨ ਲਿਆਂਦੀ ਹੈ ਜੀ ਮੋਦੀ ਤੇ ਅਮਿਤ ਸ਼ਾਹ ਨੇ ਜੀ। ਉਹ ਤਾਂ ਸਾਰੀਆਂ ਪਾਰਟੀਆਂ 'ਚ ਜਿਹੜੀ ਬੀਜੇਪੀ ਦੀ ਪਰਮਜੋਤ, ਉਹ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਸੈਂਟਰਲਾਈਜੇਸ਼ਨ ਹੈ, ਉਹਦੇ 'ਚ ਆਟੋਨੋਮੀ ਹੈ ਨਹੀਂ ਗੀ, ਤੁਸੀਂ ਵੇਖਿਆ ਹੀ ਆ। ਨਹੀਂ, ਉਹ ਸਾਰੀਆਂ 'ਚ ਮੈਂ ਮੰਨਦਾ ਆ ਸੰਧੂ ਸਾਹਿਬ। ਬਾਦਲ ਪੰਜਾਬ 'ਚ ਅਕਾਲੀ ਦਲ ਦੇ ਸਰਪ੍ਰਸਤ ਬਣੇ ਬੈਠੇ ਨੇ, ਕੇਜਰੀਵਾਲ ਕਾਂਗਰਸ ਨੂੰ ਹਾਈ ਕਮਾਂਡ ਕਲਚਰ ਹੈ ਸਾਰੀਆਂ ਪਾਰਟੀਆਂ 'ਚ। ਨਹੀਂ, ਸਾਰੀਆਂ 'ਚ ਹੈਗਾ ਸੰਧੂ ਸਾਹਿਬ। ਤੁਸੀਂ ਬੀਜੇਪੀ ਨੂੰ ਦੂਜੀਆਂ ਪਾਰਟੀਆਂ ਨਾਲ ਕੰਪੇਅਰ ਨਾ ਕਰਕੇ ਮੋਦੀ ਵਾਲੀ ਬੀਜੇਪੀ ਨੂੰ ਤੁਸੀਂ ਵਾਜਪਾਈ LK ਅਡਵਾਨੀ ਵਾਲੀ ਬੀਜੇਪੀ ਦੇ ਨਾਲ ਕੰਪੇਅਰ ਕਰਕੇ ਵੇਖੋ ਜੀ 20 ਸਾਲ ਪਹਿਲਾਂ। ਰਾਈਟ। ਉਹਨਾਂ 'ਚ ਕਲੈਕਟਿਵ ਲੀਡਰਸ਼ਿਪ ਵਾਲਾ ਮਾਹੌਲ ਸੀਗਾ ਉਸ ਵੇਲੇ ਬੀਜੇਪੀ ਦੇ, ਜਿਹੜਾ ਕਿ ਮੋਦੀ ਨੇ ਬਿਲਕੁਲ ਖਤਮ ਕਰਤਾ ਹੋਇਆ ਜੀ। 2 ਬੰਦਿਆਂ ਦੀ ਤੂਤੀ ਬੋਲ ਰਹੀ ਹੈ ਜੀ ਪੂਰੀ ਪਾਰਟੀ 'ਚ। ਬਿਲਕੁਲ। ਔਰ ਮਿਨਿਸਟਰਾਂ ਦਾ ਬਹੁਤਿਆਂ ਦਾ ਨਹੀਂ ਪਤਾ ਜੀ, 2-4 ਨੂੰ ਛੱਡ ਕੇ ਜੀ, ਵੀ ਐਗਰੀਕਲਚਰ ਮਿਨਿਸਟਰ ਕੌਣ ਆ। ਰੇਲਵੇ ਮਿਨਿਸਟਰੀ ਦਵਾ ਬਦਲੀਆਂ ਜਾ ਰਹੀਆਂ ਨੇ। ਇੱਕ ਡਿਫੈਂਸ ਮਿਨਿਸਟਰ ਦਾ ਪਤਾ ਹੁੰਦਾ, ਇੱਕ ਹੋਮ ਮਿਨਿਸਟਰ ਦਾ ਪਤਾ ਹੁੰਦਾ ਜੀ, ਜਾਂ ਆਪਣੇ ਫਾਈਨੈਂਸ ਮਿਨਿਸਟਰ ਤੀਜਾ ਜੀ। ਬਿਲਕੁਲ ਠੀਕ ਹੈ। ਤੇ ਇਹਨਾਂ ਨੇ ਹੁਣ ਦੇਖੋ ਜਿਵੇਂ ਇਹ ਡਿਸਟ੍ਰਿਕਟ ਮੈਜਿਸਟ੍ਰੇਟ ਤੱਕ ਨੂੰ ਡਾਇਰੈਕਟਲੀ ਮਿਲ ਰਿਹਾ ਜੀ ਮੋਦੀ। ਰਾਈਟ। ਸਰਪੰਚਾਂ ਨੂੰ ਚਿੱਠੀਆਂ ਸਿੱਧੀਆਂ ਗੱਡੀਆਂ ਜਾ ਰਹੀਆਂ ਨੇ PMO ਵੱਲੋਂ ਜੀ, ਪੰਚਾਇਤ ਲੈਵਲ ਤੇ ਜੀ। ਬਿਲਕੁਲ ਠੀਕ ਹੈ। ਹਾਂਜੀ। ਤੇ ਜਿਹੜੀ ਦੁਬਾਰਾ ਐਬਸੋਲੂਟ ਮੈਜੋਰਿਟੀ ਮਿਲ ਗਈ, ਪਹਿਲਾਂ ਨਾਲੋਂ ਵੀ ਵੱਧ ਸੀਟਾਂ ਆ ਗਈਆਂ 2019 ਲੋਕ ਸਭਾ ਚੋਣਾਂ ਦੇ ਵਿੱਚ, ਤੇ ਉਹਦੇ ਨਾਲ ਤੁਸੀਂ ਇਹ ਦੇਖੋ ਜਿਹੜਾ ਪਹਿਲਾਂ ਆਰਟੀਕਲ 370 ਸਟੇਟ ਗਵਰਨਮੈਂਟ ਨੂੰ ਪੁੱਛਿਆ ਨਹੀਂ ਗਿਆ ਆਪਣੇ ਜੰਮੂ ਕਸ਼ਮੀਰ ਦੇ ਵਿੱਚ, ਜਿਹੜੀ ਵੀ ਔਰ ਦੂਜੀ ਸਟੇਟ ਦੀ ਹੋਂਦ ਖਤਮ ਕਰਤੀ, ਸਟੇਟ ਦੀ ਐਗਜ਼ਿਸਟੈਂਸ ਹੀ ਹਟਾਤੀ, ਉਡਾ ਦਿੱਤੀ। ਹਾਂਜੀ। ਫਿਰ ਜਿਹੜਾ CAB ਤੇ CAA ਬਿੱਲ ਹੈਗਾ ਜੀ, ਸਟੇਟਸ ਨੂੰ ਪੁੱਛਿਆ ਹੀ ਨਹੀਂ ਗਿਆ ਜੀ। ਸੋ ਇਹਦਾ ਕੀ ਇਲਾਜ ਹੈ ਫਿਰ? ਕੀ ਸਟੇਟਾਂ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪਊ? ਇਹ ਦੇਖੋ ਜੀ, ਇਸ ਵੇਲੇ ਤਾਂ ਮੈਨੂੰ ਨਹੀਂ ਲੱਗਦਾ ਵੀ ਜਦ ਤੱਕ ਮੋਦੀ ਇਹ ਬੈਠਾ ਆ ਇਹ ਆਪਣੇ ਭਾਰ ਨਾਲੇ ਡਿੱਗੂਗਾ, ਤੇ ਉਸ ਤੋਂ ਬਾਅਦ ਬੀਜੇਪੀ ਦਾ ਵੀ ਹਾਲ ਕਾਂਗਰਸ ਵਾਲਾ ਹੀ ਹੋਊਗਾ ਜੀ ਕਿਸੇ ਵੇਲੇ। ਫਿਲਹਾਲ ਕੁਝ ਨਹੀਂ ਹੋ ਸਕਦਾ ਜੀ, ਸਟੇਟਸ ਤਾਂ ਇਸ ਵੇਲੇ ਸਪਾਈਨਲੈਸ ਨੇ ਜੀ। ਹੁਣ ਇਹ ਕੈਪਟਨ ਹੁਣੀ ਖੁਦ ਗੋਡੇ ਟੇਕ ਚੁੱਕੇ ਆ ਜੀ ਇਹਨਾਂ ਦੇ ਅੱਗੇ। ਰਾਈਟ। ਥੈਂਕ ਯੂ ਪਰਮਜੋਤ। ਇਸ ਵੇਲੇ ਸਟੇਟ ਸਪਾਈਨਲੈਸ ਹੋਈਆਂ ਵਾ, ਔਰ ਬਹੁਤੀਆਂ ਸਟੇਟਾਂ ਕੇਂਦਰ ਅੱਗੇ ਗੋਡੇ ਟੇਕ ਚੁੱਕੀਆਂ ਵਾ, ਔਰ ਮੰਗ ਕਰਦੀਆਂ ਰਹਿੰਦੀਆਂ। ਜਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ 80,000 ਕਰੋੜ ਦੀ ਇਸ ਵੇਲੇ ਮੰਗ ਕੀਤੀ ਆ, ਔਰ ਜੇ ਵਾਕਈ ਲੈਣਾ ਵਾ ਪੈਸਾ ਤੇ ਕੇਂਦਰ ਦੇ ਤਰਲੇ ਕੱਢਣੇ ਪੈਣਗੇ। ਕੁਝ ਸਾਡੇ ਨਾਲ ਸੱਜਣ ਫੇਸਬੁੱਕ ਦੇ ਉੱਪਰ ਵੀ ਜੁੜੇ ਆ, ਬਲਬੀਰ ਸਿੰਘ, ਜੱਸੀ ਕੁਲਾਰ, ਰਾਜਵਿੰਦਰ ਪੰਨੂ, ਗੁਰਪ੍ਰੀਤ ਟੱਟ ਫੇਸਬੁੱਕ ਤੇ ਜੁੜੇ, ਇਹਨਾਂ ਦਾ ਸਵਾਗਤ ਹੈ। ਰਾਜਵਿੰਦਰ ਪੰਨੂ ਕਾਫੀ ਦੇਰ ਤੋਂ ਸ਼ਾਇਦ ਕੋਸ਼ਿਸ਼ ਕਰ ਰਿਹਾ ਸਾਡੇ ਨਾਲ ਕਾਲ ਕਰਨ ਦੀ। ਰਾਜਵਿੰਦਰ, ਹੁਣ ਅਸੀਂ ਬ੍ਰੇਕ 'ਚ ਜਾ ਰਹੇ ਹਾਂ, ਉਸ ਤੋਂ ਬਾਅਦ ਜ਼ਰਾ ਦੁਬਾਰਾ ਕੋਸ਼ਿਸ਼ ਕਰਿਓ, ਹੁਣ ਸ਼ਾਇਦ ਕਾਲ ਮਿਲ ਜੂਗੀ। ਜਿਹੜਾ ਅੱਜ ਦਾ ਮਸਲਾ ਵਾ ਬੜਾ ਸੀਰੀਅਸ ਮਸਲਾ ਵਾ, ਗੰਭੀਰ ਮਸਲਾ ਵਾ, ਔਰ ਇਹਦੇ ਤੇ ਮੈਂ ਚਾਹੂੰਗਾ
ਕਿ ਤੁਸੀਂ ਆਪਣੇ ਬਹੁਤ ਸਾਰੇ ਐਕਸਪਰਟ ਬਾਹਰਲੇ ਮੁਲਕਾਂ 'ਚ ਵੀ ਰਹਿੰਦੇ ਆ, ਤੁਸੀਂ ਬਾਹਰਲਾ ਐਕਸਪੀਰੀਅੰਸ ਵੀ ਤੁਹਾਡੇ ਕੋਲ ਹੈ, ਉਹਦੇ ਆਧਾਰ ਦੇ ਉੱਤੇ ਜ਼ਰੂਰ ਕਾਲ ਕਰੋ ਕਿ ਸਟੇਟਾਂ ਨੂੰ ਕਿਉਂ ਕਮਜ਼ੋਰ ਕੀਤਾ ਜਾ ਰਿਹਾ ਵਾ ਭਾਰਤ ਦੇ ਵਿੱਚ, ਉਹਨਾਂ ਨੂੰ ਵਾਪਸ ਕਿਵੇਂ ਤਾਕਤ ਮਿਲ ਸਕਦੀ ਆ, ਇਹਦੇ ਲਈ ਕੀ ਕਰਨ ਦੀ ਲੋੜ ਆ, ਔਰ ਜੋ ਹੋ ਰਿਹਾ ਵਾ ਸਟੇਟਾਂ ਦੀ ਜਿਹੜੀਆਂ ਕਮਜ਼ੋਰ ਹੋ ਰਹੀਆਂ ਵਾ ਇਹਦੇ ਵਾਸਤੇ ਸਟੇਟਾਂ ਦੀ ਆਪਣੀ ਲੀਡਰਸ਼ਿਪ, ਪੰਜਾਬ ਦੀ ਲੀਡਰਸ਼ਿਪ, ਸਿੱਖ ਲੀਡਰਸ਼ਿਪ ਕਿਸ ਹੱਦ ਤੱਕ ਜ਼ਿੰਮੇਵਾਰ ਹੈ, ਇਸ 'ਤੇ ਆਪਾਂ ਵਿਚਾਰ ਚਰਚਾ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। This program is sponsored by PrimeLink Express, a Gurmeet Mali, Union Truck Stop, Bakersfield, Sukhi Kuman. ਪੰਜਾਬੀਆਂ ਦਾ ਆਪਣਾ ਬਾਜ਼ਾਰ ਹੈ। ਇੱਥੇ ਫਰੈਸ਼ ਸਬਜ਼ੀਆਂ, ਫਰੈਸ਼ ਫਰੂਟ, ਵਧੀਆਂ ਦਾਲਾਂ, ਇੱਕੋ ਛੱਤ ਹੇਠਾਂ ਘਰ ਦੀ ਜ਼ਰੂਰਤ ਦਾ ਹਰ ਸਮਾਨ ਖਰੀਦਣ ਲਈ ਜ਼ਰੂਰ ਆਓ। ਕੰਪਨੀ ਆਪਣੇ ਗ੍ਰਾਹਕਾਂ ਲਈ ਸਮੇਂ-ਸਮੇਂ ਤੇ ਬੈਸਟ ਡੀਲ ਵੀ ਦਿੰਦੀ ਹੈ। ਵਧੇਰੀ ਜਾਣਕਾਰੀ ਲਈ ਸੰਪਰਕ ਕਰੋ। ਆਪਣਾ ਬਾਜ਼ਾਰ 2975 JFK ਬੁਲੇਵਾਰਡ, ਜਰਸੀ ਸਿਟੀ 07306 ਅਤੇ 2631 ਸਟਰੀਟ ਰੋਡ, ਬੈਂਸਲਮ, ਪੈਨਸਿਲਵੇਨੀਆ 19020। ਟਰੱਕ ਡਰਾਈਵਰ ਵੀਰਾਂ ਦੀ ਭਰੋਸੇਮੰਦ ਅਰਲਿੰਗਟਨ ਫਿਊਲ ਸਟਾਪ ਇੰਟਰਸਟੇਟ 5 ਦੇ ਐਗਜ਼ਿਟ 208 ਅਰਲਿੰਗਟਨ ਵਾਸ਼ਿੰਗਟਨ ਸਟੇਟ ਅਤੇ ਕੈਲੀਫੋਰਨੀਆ ਵਿੱਚ ਲਾਸਟ ਹਿਲ ਟਰੈਵਲ ਸੈਂਟਰ ਰੂਟ 46 ਅਤੇ I-5 ਅਲੋਮਾ ਸਟਰੀਟ ਉੱਤੇ ਸਸਤਾ ਡੀਜ਼ਲ ਅਤੇ ਭਰੋਸੇਮੰਦ ਸਰਵਿਸ। ਔਖੇ ਸਮੇਂ ਤੇ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮਦਦ ਲਈ ਖੜੇ ਹਾਂ। ਹਰ ਵੇਲੇ ਗੁੜ ਦੀ ਬਣਾਈ ਹੋਈ ਤਾਜ਼ੀ ਚਾਹ ਦਾ ਲੰਗਰ। ਵਧੇਰੇ ਜਾਣਕਾਰੀ ਲਈ ਬਲਵੀਰ ਸਿੰਘ ਉਸਮਾਨਪੁਰ ਨੂੰ ਕਾਲ ਕਰੋ। 2201 ਸਾਊਥ ਯੂਨੀਅਨ ਵਿਲੇਜ, ਬੇਕਰਸਫੀਲਡ, ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ, ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। 661 304 7500, 661 885 8858। ਮੁਬਾਰਕਾਂ ਦਵਿੰਦਰ ਜੀ, ਕੰਗ੍ਰੈਟਸ। ਹਮੇਸ਼ਾ ਪਹਿਲੀ ਕਿੱਟੀ ਇਹਨਾਂ ਦੀ ਨਿਕਲਦੀ ਹੈ। ਵਾਕਈ ਕਿਸਮਤ ਵਾਲੇ ਨੇ। ਕਾਦੀ ਕਿਸਮਤ? ਦਵਿੰਦਰ ਕੀ ਹੋਇਆ? ਤੇਰੀ ਤੇ ਕਿੱਟੀ ਨਿਕਲੀ ਹੈ, ਤੂੰ ਉਦਾਸ ਹੋ ਗਿਆ ਯਾਰ। 15 ਸਾਲ ਹੋ ਗਏ ਵਿਆਹ ਨੂੰ, ਹਜੇ ਤੱਕ ਕੋਈ ਔਲਾਦ ਨਹੀਂ ਹੋਈ। ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ, ਤੁਸੀਂ ਹਾਲੇ ਵੀ ਉਹੋ ਜਿਹੀ ਗੱਲਾਂ ਕਰਦੇ ਪਿਓ। ਵਿਰਕ ਹਸਪੀਟਲ ਤੋਂ ਹਜ਼ਾਰਾਂ ਬੇਔਲਾਦ ਜੋੜਿਆਂ ਨੇ ਸੰਤਾਨ ਸੁਖ ਦੀ ਪ੍ਰਾਪਤੀ ਕੀਤੀ ਹੈ। ਵਿਰਕ ਹਸਪੀਟਲ? ਹਾਂਜੀ ਸੱਚੀ? ਵਿਰਕ ਹਸਪੀਟਲ ਜਲੰਧਰ ਬੇਔਲਾਦਪਨ ਦੇ ਇਲਾਜ ਦਾ ਅੰਤਰਰਾਸ਼ਟਰੀ ਕੇਂਦਰ, ਜੋ ਕਿ 15,000 ਤੋਂ ਜ਼ਿਆਦਾ ਜੋੜਿਆਂ ਨੂੰ ਸੰਤਾਨ ਸੁਖ ਦੀ ਪ੍ਰਾਪਤੀ ਕਰਾ ਚੁੱਕਾ ਹੈ। NABS ਸੇਫ IRI ਐਕ੍ਰੈਡਿਟਡ, ਜਿਸ ਨੂੰ ਹੈਲਥ ਮਿਨਿਸਟਰ JP ਨੱਡਾ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਸ ਵਿੱਚ ਆਧੁਨਿਕ ਤਕਨੀਕਾਂ ਦੁਆਰਾ ਬੇਔਲਾਦਪਨ ਦਾ ਇਲਾਜ ਕੀਤਾ ਜਾਂਦਾ ਹੈ। 662 ਗੁਰੂ ਤੇਗ ਬਹਾਦਰ ਨਗਰ, ਨੀਅਰ ਗੁਰੂ ਰਵਿਦਾਸ ਚੌਂਕ, ਜਲੰਧਰ। ਮੋਬਾਈਲ 9814 37738, 9814 37738। ਆਨਲਾਈਨ ਇੰਟਰਨੈਸ਼ਨਲ ਦਸਤਾਰ ਮੁਕਾਬਲਾ, ਜੋ ਕਿ ਪੰਜਾਬੀ ਮੀਡੀਆ USA ਅਤੇ ਪੰਜਾਬ ਪ੍ਰੋਡਕਸ਼ਨਜ਼ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ YouTube ਚੈਨਲ ਤੇ ਵੀਡੀਓਜ਼ ਰਾਹੀਂ ਹੋਵੇਗਾ। ਤੁਸੀਂ ਵੀ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹੋ। ਕੋਈ ਐਂਟਰੀ ਫੀਸ ਨਹੀਂ, ਹਰ ਉਮਰ ਦਾ ਵਿਅਕਤੀ ਹਿੱਸਾ ਲੈ ਸਕਦਾ ਹੈ। ਤੁਸੀਂ ਵੀ ਆਪਣੀ ਵੀਡੀਓ ਬਣਾ ਕੇ WhatsApp ਨੰਬਰ +1 916 516 0571 ਤੇ ਭੇਜੋ। ਵੀਡੀਓ ਭੇਜਣ ਦੀ ਆਖਰੀ ਤਾਰੀਖ 15 ਜੂਨ ਹੈ। ਨਤੀਜਾ 31 ਜੁਲਾਈ ਨੂੰ ਆਵੇਗਾ ਅਤੇ ਜੇਤੂਆਂ ਨੂੰ ਕ੍ਰਮਵਾਰ ਪਹਿਲੇ ਨੂੰ $500, ਦੂਜਾ $400, ਤੀਜਾ $300, ਚੌਥਾ $200 ਅਤੇ ਪੰਜਵਾਂ $100 ਇਨਾਮ ਹੋਵੇਗਾ। ਇਨਾਮ US ਡਾਲਰ ਦੀ ਵੈਲਿਊ ਦੇ ਹੀ ਹੋਣਗੇ। ਨਿਯਮਾਂ ਜਾਂ ਫਿਰ ਹੋਰ ਜਾਣਕਾਰੀ ਲਈ ਪੰਜਾਬ ਮੀਡੀਆ USA ਅਤੇ ਪੰਜਾਬ ਪ੍ਰੋਡਕਸ਼ਨ ਦੇ ਫੇਸਬੁੱਕ ਤੋਂ ਲੈ ਸਕਦੇ ਹੋ, ਜਾਂ ਤੁਸੀਂ ਟੋਲ ਫ੍ਰੀ ਨੰਬਰ 1800 675 6162
ਤੇ ਸੰਪਰਕ ਕਰ ਸਕਦੇ ਹੋ। ਨਿਊਯਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਉਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। This program is sponsored by PrimeLink Express, Gurmeet Mali, Union Truck Stop, Bakersfield, Sukhi Kuman. ਵੈਲਕਮ ਬੈਕ। ਬ੍ਰੇਕ ਤੋਂ ਬਾਅਦ ਤੁਹਾਡਾ ਇਸ ਲਾਈਵ ਸ਼ੋਅ ਦੇ ਵਿੱਚ ਸਵਾਗਤ ਹੈ। ਅਸੀਂ ਇਸ ਲਾਈਵ ਸ਼ੋਅ 'ਚ ਗੱਲ ਕਰ ਰਹੇ ਹਾਂ ਪ੍ਰਾਂਤਾਂ ਦੇ, ਸਟੇਟਾਂ ਦੇ, ਰਾਜਾਂ ਦੇ ਅਧਿਕਾਰਾਂ ਦੀ ਤੇ ਕਿਵੇਂ ਰਾਜਾਂ ਨੂੰ ਹੌਲੀ ਹੌਲੀ ਕਮਜ਼ੋਰ ਕੀਤਾ ਜਾ ਰਿਹਾ ਵਾ। ਕਾਫੀ ਸੱਜਣ ਸਾਡੇ ਨਾਲ ਫੇਸਬੁੱਕ ਤੇ ਵੀ ਜੁੜ ਗਏ ਆ। ਸਤਨਾਮ ਸਿੰਘ ਧਾਮੀ, ਪ੍ਰਗਟ ਬਲ, ਰਵਿੰਦਰ ਸਿੰਘ ਸੋਢੀ ਉਹਨਾਂ ਦਾ ਵੀ ਤਾਜ਼ਾ ਕਮੈਂਟ ਆਇਆ, ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ। ਪਰ ਦੋ ਕਾਲਰ ਹੋਲਡ ਕਰ ਰਹੇ ਆ, ਪਹਿਲਾਂ ਉਹਨਾਂ ਦੀ ਗੱਲ ਸਾਂਝੀ ਕਰਨੀ ਚਾਹੂੰਗਾ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਰਾਜਵਿੰਦਰ ਗੱਲ ਕਰ ਰਹੇ ਹਾਂ। ਹਾਂਜੀ ਰਾਜਵਿੰਦਰ ਜੀ, ਤੁਹਾਨੂੰ ਫਾਈਨਲੀ ਕਾਲ ਮਿਲ ਗਈ। ਹਾਂਜੀ ਰਾਜਵਿੰਦਰ ਜੀ, ਬੜਾ ਗੰਭੀਰ ਮਸਲਾ ਵਾ, ਸੀਰੀਅਸ ਮਸਲਾ ਵਾ, ਔਰ ਤੁਹਾਡਾ ਬਾਹਰ ਦਾ ਐਕਸਪੀਰੀਅੰਸ ਵੀ ਹੈ। ਤੁਹਾਨੂੰ ਕੀ ਲੱਗਦਾ ਵਾ ਵੀ ਇਹ ਜੋ ਹੋ ਰਿਹਾ ਕਿਉਂ ਹੋ ਰਿਹਾ ਔਰ ਉਹਦਾ ਕੀ ਇਲਾਜ ਹੈ? ਕਮਲ ਜੀ, ਪਹਿਲੀ ਗੱਲ ਮੈਂ ਤੁਹਾਡੇ ਕੁਐਸਚਨ ਤੋਂ ਪਹਿਲਾਂ ਦੋ ਤਿੰਨ ਗੱਲਾਂ ਇਨਲਿਸਟ ਕਰਦਾ ਵੀ ਇਹ ਕਿੱਦਾਂ ਡਾਕੇ ਵੱਜ ਰਹੇ ਤੇ ਅੱਗੇ ਕਿਹੜੇ ਵੱਜਣੇ ਆ। ਆਪਾਂ ਚਲੋ ਪਿਛਲਾ ਤੁਸੀਂ ਦੇਖਿਆ ਕਾਂਗਰਸ ਰੂਲ ਸਟੇਟ ਦਾ ਦੇਖਿਆ। ਆਪਾਂ ਜੇ ਇਕੱਲੀ ਮੋਦੀ ਗਵਰਨਮੈਂਟ ਦੀ ਗੱਲ ਕੀਤੀ ਵੀ ਪਹਿਲੀ ਗੱਲ ਤਾਂ ਸਟੇਟਾਂ ਨੇ ਆਪਦੇ ਅਧਿਕਾਰ ਖੋਏ। ਜਦੋਂ ਆਪਾਂ ਪਹਿਲਾਂ ਵੀ ਗੱਲ ਕੀਤੀ, ਜਦੋਂ ਆਪਦਾ ਟੈਕਸ ਸਿਸਟਮ ਸੈਂਟਰ ਦੇ ਅੱਗੇ ਸਰੈਂਡਰ ਕਰ ਦਿੱਤਾ GST ਵੇਲੇ ਜੀ, ਉਹਨਾਂ ਨੇ ਆਪਦੀ ਫਾਈਨੈਂਸ਼ੀਅਲ ਪਾਵਰ ਖਤਮ ਕਰ ਦਿੱਤੀ ਜਿਹੜੀ ਪਹਿਲਾਂ ਦਿੱਤੀ ਸੀ। ਹੁਣ ਹਰ ਰੋਜ਼ ਲਿਖਦੇ ਆ ਸਾਨੂੰ ਇੰਨੇ ਪੈਸੇ ਦੇ ਦਿਓ, ਇੰਨੇ ਪੈਸੇ ਦੇ ਦਿਓ। ਚਲੋ ਇਹ ਗੱਲ ਮੰਨੀ। ਤੇ ਦੂਜੀ ਤੁਹਾਨੂੰ ਵੀ ਪਤਾ ਇੱਕ ਵਾਟਰ ਇੰਟਰਸਟੇਟ ਵਾਟਰ ਡਿਸਪਿਊਟ ਬਿੱਲ ਆ ਜਿਹੜਾ ਕਿ ਅੰਡਰ ਕੰਸੀਡਰੇਸ਼ਨ ਆ ਪਾਰਲੀਮੈਂਟ ਦੇ ਵਿੱਚ। ਵੈਸੇ ਜਿਹੜਾ ਵੀ ਵਾਟਰ ਡਿਸਪਿਊਟ ਹੁੰਦਾ ਦੋ ਸਟੇਟਾਂ ਦੇ ਵਿੱਚ, ਉਹ ਦੋ ਸਟੇਟਾਂ ਖੁਦ ਉਹਨੂੰ ਨਿਬੜਦੀਆਂ ਸੀ। ਪਰ ਹੁਣ ਇਹਨਾਂ ਨੇ ਇੱਕ ਕਮਿਸ਼ਨ ਬਣਾ ਦੇਣਾ ਸੈਂਟਰਲ ਤੌਰ ਤੇ ਦੇ ਕੇ ਵੀ ਕਹਿ ਲਓ ਵੀ ਸਟੇਟਾਂ ਤੋਂ ਅਧਿਕਾਰ ਸਾਰੇ ਖਤਮ ਹੋ ਕੇ ਸੈਂਟਰ ਕੋਲੇ ਵਾਟਰ ਡਿਸਪਿਊਟ ਦੇ ਵਿੱਚ ਆ ਜਾਣੇ। ਬਿਲਕੁਲ ਠੀਕ ਹੈ। ਇਹ ਦੂਜੀ ਬਹੁਤ ਵੱਡੀ ਸੱਟ ਰਾਜਾਂ ਦੇ ਹਜੇ ਵੱਜਣ ਜਾ ਰਹੀ ਆ। ਤੇ ਜੇ ਕਿਸੇ ਨੇ ਉਹ ਕਮੇਟੀ ਜਿਹੜੀ ਬਣੀ ਸੀ ਤੇ ਉਹਦੇ ਮੈਂਬਰ ਦੀ ਲਿਸਟ ਚੈੱਕ ਕਰਨ ਤਾਂ ਆਪਣੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਵਿੰਦਰ ਸਿੰਘ ਭੁੱਲਰ ਉਸ ਕਮੇਟੀ ਦੇ ਪਾਰਲੀਮੈਂਟ ਕਮੇਟੀ ਦੇ ਮੈਂਬਰ ਸੀਗੇ। ਜੇ ਤੁਸੀਂ ਫਰਦਰ ਚੈੱਕ ਕਰਨਾ ਤਾਂ ਵੀ ਫਿਰ ਮੈਂ ਸਮਝੋ ਜਿਹੜੀ ਤੀਜੀ ਗੱਲ ਕੈਪਟਨ ਸਾਹਮਣੇ ਲਿਖੀ ਹੈ ਵੀ ਜਿਹੜੇ 3 ਆਰਡੀਨੈਂਸ ਐਗਰੀਕਲਚਰ ਸੈਕਟਰ ਦੇ ਵਿੱਚ ਲਿਆਂਦੇ ਗਏ ਆ ਜੀ, ਉਹਦੇ ਵਿੱਚ ਸਮਝੋ ਜੇ ਉਹਨਾਂ ਨੂੰ ਡੀਪਲੀ ਸਟੱਡੀ ਕੀਤਾ ਜਾਵੇ ਤਾਂ ਜਿਹੜੀ ਮੇਰੀ ਉਹ 'ਚ ਓਬਜੈਕਸ਼ਨ ਹੈ ਉਹ ਇੱਦਾਂ ਵੀ ਉਹਦਾ ਰੂਟ ਪਾਰਲੀਮੈਂਟ ਅਪਣਾਉਣਾ ਚਾਹੀਦਾ ਸੀ ਰੈਦਰ ਦੈਨ ਆਰਡੀਨੈਂਸ। ਤੇ ਬੈਕਡੋਰ ਨਹੀਂ ਕੰਮ ਕਰਨਾ ਚਾਹੀਦਾ ਸੀ। ਪਰ ਜਿਹੜੇ ਪਿਛਲੇ ਤੌਰ ਤੇ ਫਾਰਮਰਸ ਦੇ ਜਿਹੜੇ ਲਾਅ ਚੱਲ ਰਹੇ ਆ ਉਹ ਵੀ ਫਾਰਮਰਸ ਨੂੰ ਕੋਈ ਪ੍ਰੋਫਿਟ ਨਹੀਂ ਸੀ ਦੇ ਰਹੇ। ਦੇ ਨੀਡ ਟੂ ਬੀ ਅਮੈਂਡਡ। ਬਟ ਜਿਹੜੇ ਮੋਟੀ ਜਿਵੇਂ ਕੰਟਰੈਕਟ ਫਾਰਮਿੰਗ ਹੈ ਜੇ ਉਹਨੂੰ ਚੰਗੀ ਤਰ੍ਹਾਂ ਅਪਲਾਈ ਕੀਤਾ ਜਾਵੇ, ਜਿਵੇਂ ਪੈਪਸੀ ਹੁਣ ਵੀ ਟਰਾਈ ਕਰ ਰਹੀ ਆ ਪੰਜਾਬ ਦੇ ਵਿੱਚ, ਬਟ ਦੇ ਆਰ ਨਾਟ ਸਕਸੈਸਫੁਲ। ਵੱਡੀਆਂ ਫਾਰਮਰਸ ਨਾਲ ਕੰਟਰੈਕਟ ਕਰਨ ਉਹਨਾਂ ਨੂੰ ਬੈਨੀਫਿਟ ਹੋ ਸਕਦਾ, ਪਰ ਤੁਹਾਨੂੰ ਪਤਾ ਵੀ ਇੰਡੀਆ ਦੇ ਸਿਸਟਮ ਦੇ ਵਿੱਚ ਲੂਪ ਹੋਲ ਕਿੰਨੇ ਆ। ਬਟ ਇੱਕ ਗੱਲ ਤਾਂ ਸਮਝੋ ਆਪਾਂ ਨੂੰ ਮੰਨਣੀ ਪੈਣੀ ਹੈ ਵੀ ਇੰਡੀਆ ਦਾ ਜਦੋਂ ਕਨਸਟੀਟਿਊਸ਼ਨ ਹੀ ਜਦੋਂ ਆਪਾਂ ਬਰੀਫ ਕੀਤਾ ਵੀ ਇਟਸ ਯੂਨੀਅਨ ਆਫ ਸਟੇਟਸ, ਨਾਟ ਅ ਫੈਡਰਲ ਸਟਰਕਚਰ ਲਾਈਕ ਅਮਰੀਕਾ ਔਰ ਕੈਨੇਡਾ। ਤੇ ਉਹਨੂੰ ਕੋਈ ਪ੍ਰੋਟੈਕਟ ਕਰਨ ਵਾਲਾ ਵੀ ਹੈ ਨਹੀਂਗਾ। ਤੇ ਦੂਜੀ ਗੱਲ ਜਿਹੜੇ ਪੰਜਾਬ ਦੇ ਮੁੱਦਿਆਂ ਤੇ ਆ ਉਹ ਪੰਜਾਬ ਦੀ ਲੀਡਰਸ਼ਿਪ ਵੀ ਬਹੁਤ ਮਾੜੀ ਆ। ਜੇ ਆਪਾਂ ਪੰਜਾਬੀ 'ਚ ਕਹੀਏ ਤਾਂ ਇਹ ਦੋਗਲੀ ਲੀਡਰਸ਼ਿਪ ਆ ਜਿਹੜੀ ਪੰਜਾਬ ਦੇ ਪੱਲੇ ਪਈ ਹੋਈ ਆ। ਜਦੋਂ ਉੱਤੇ ਰਾਜ ਨੂੰ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਹੁੰਦਾ ਤਾਂ ਉੱਥੇ ਉਹਨਾਂ ਦੇ ਸਾਹਮਣੇ ਕੋਈ ਹੋਰ ਭਾਸ਼ਾ ਬੋਲਦੇ ਆ, ਜਿਵੇਂ ਕਿ ਤੁਸੀਂ ਵਾਟਰ ਡਿਸਪਿਊਟ ਐਕਟ ਬਿੱਲ ਦੇ ਵਿੱਚ ਦੇਖਣਾ ਹੀ ਆ ਵੀ ਜਦੋਂ ਕਮੇਟੀ ਦੇ ਵਿੱਚ ਤਾਂ ਆਪਦੀ ਓਬਜੈਕਸ਼ਨ ਰੇਜ਼ ਨਹੀਂ ਕੀਤੀ, ਬਾਅਦ ਦੇ ਵਿੱਚ ਜਦੋਂ ਬਿੱਲ ਪਾਰਲੀਮੈਂਟ 'ਚ ਪ੍ਰੈਜ਼ੈਂਟ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਓਬਜੈਕਟ ਕੀਤਾ। ਚਲੋ ਉਹਨਾਂ ਨੇ ਫॉर टाइम बीइंग वापस लिया पर वो आना ही आना वा, तो वो कोई अमेंडमेंट नहीं हो गया होनी। ਮਿਹਰਬਾਨੀ ਰਾਜਵਿੰਦਰ, ਬਹੁਤ ਇੰਪੋਰਟੈਂਟ ਇਸ਼ੂਜ਼ ਤੇ ਤੁਸੀਂ ਟਿੱਪਣੀ ਕੀਤੀ ਆ ਔਰ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਵੀ ਇਹ ਸਾਰੇ ਤੁਸੀਂ ਇਸ਼ੂਜ਼ ਰੇਜ਼ ਕੀਤੇ ਆ। ਮੈਨੂੰ ਪਤਾ ਵੇ ਕਾਲਰ ਹੋਲਡ ਕਰ ਰਿਹਾ, ਮੈਂ ਉਹਨਾਂ ਨੂੰ ਥੋੜੀ ਦੇਰ ਹੋਰ ਹੋਲਡ ਕਰਾਉਂਗਾ ਕਿਉਂਕਿ ਜਿਹੜੇ ਰਾਜਵਿੰਦਰ ਪੰਨੂ ਨੇ ਗੱਲ ਕੀਤੀ ਉਹ ਤੇ ਮੈਂ ਇੱਕ ਟਿੱਪਣੀ ਥੋੜੀ ਜਿਹੀ ਆਪਣੀ ਜਾਣਕਾਰੀ ਜ਼ਰੂਰ ਸਾਂਝੀ ਕਰਨੀ ਚਾਹੁੰਦਾ। GST ਬਿੱਲ
ਜਦੋਂ 2 ਸਾਲ ਪਹਿਲਾਂ ਲਿਆਂਦਾ ਗਿਆ ਵਾ। ਮੈਨੂੰ ਯਾਦ ਆ ਮਨਪ੍ਰੀਤ ਬਾਦਲ ਪੰਜਾਬ ਦੇ ਵਿੱਤ ਮੰਤਰੀ, ਉਹ ਵਿਧਾਨ ਸਭਾ ਦੇ ਵਿੱਚ ਜਦੋਂ ਮੈਂ ਉਹਦੇ ਤੇ ਇਤਰਾਜ਼ ਕੀਤਾ GST ਬਿੱਲ ਦੇ ਉੱਤੇ, ਮੈਂ ਕਿਹਾ ਵੀ ਤੁਹਾਡੇ ਰਾਜਾਂ ਦੇ ਜਿਹੜੀ ਸਟੇਟ ਲਿਸਟ ਦੇ 5-6 ਆਈਟਮ ਜਿਹੜੇ ਆ ਉਹ ਖਤਮ ਹੋ ਜਾਣਗੇ, ਇਹਦੇ ਨਾਲ ਉਹ ਕੇਂਦਰ ਦੇ ਕੋਲ ਅਧਿਕਾਰ ਚਲੇ ਜਾਣੇ ਆ। ਤੇ ਮੈਨੂੰ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਈ ਵਾਰ ਕਿ ਇਹ ਇਹੋ ਜਿਹਾ ਬਿੱਲ ਆ, ਇਹੋ ਜਿਹਾ ਸਟੈਪ ਆ, ਇਹੋ ਜਿਹਾ ਕਦਮ ਆ ਜਿਹਦੇ ਨਾਲ ਰਾਜ ਦੀ ਤਕਦੀਰ ਬਦਲ ਜੂਗੀ, ਔਰ ਇਹ ਤਕਦੀਰ ਕਦੇ ਕਈ ਸਾਲ ਸੈਂਕੜਾਂ ਸਾਲਾਂ ਬਾਅਦ ਇਹੋ ਜਿਹਾ ਮੌਕਾ ਆਉਂਦਾ ਵਾ, ਔਰ ਅੱਜ ਉਹ ਮੌਕਾ ਆਇਆ ਵਾ ਆਪਣੀ ਪੰਜਾਬ ਦੀ ਤਕਦੀਰ ਬਦਲਣ ਦਾ। ਸੋ ਮਨਪ੍ਰੀਤ ਬਾਦਲ, ਉਹੀ ਮਨਪ੍ਰੀਤ ਬਾਦਲ ਹੁਣ ਜਾ ਕੇ ਸੈਂਟਰ ਦੇ ਤਰਲੇ ਕੱਢਦੇ ਆ। ਮੇਰੇ ਖਿਆਲ ਨਾਲ ਮਨਪ੍ਰੀਤ ਬਾਦਲ ਨੂੰ, ਜਿਨ੍ਹਾਂ ਨੇ ਉਹ ਸਟੇਟਮੈਂਟ ਉਸ ਵੇਲੇ ਦਿੱਤੀ ਸੀ ਔਰ ਹੁਣ ਤਰਲੇ ਕੱਢਦੇ, ਸ਼ਾਇਦ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਵਾ। GST ਬਿੱਲ ਨੇ ਜਿਹੜਾ ਬਿਨਾਂ ਸਟੇਟਾਂ ਨੂੰ ਕੋਈ ਗਰੰਟੀ ਦਿੱਤੇ ਹੋਏ ਜਿਸ ਤਰ੍ਹਾਂ GST ਬਿੱਲ ਆਇਆ, ਇਹ ਬਹੁਤ ਵੱਡਾ ਸਟੇਟਾਂ ਨੂੰ ਢਾਲ ਲੱਗਾ। ਵਾਟਰ ਇੰਟਰਸਟੇਟ ਵਾਟਰ ਡਿਸਪਿਊਟਸ ਬਿੱਲ ਵਾਕਈ ਜਿਵੇਂ ਰਾਜਵਿੰਦਰ ਨੇ ਕਿਹਾ ਬਹੁਤ ਸੀਰੀਅਸ ਮਸਲਾ ਵਾ, ਔਰ ਇਹਦੇ ਤੇ ਪ੍ਰੋਪਰ ਵਿਚਾਰ ਵਟਾਂਦਰਾ ਹੋਣਾ ਚਾਹੀਦਾ। ਔਰ ਜਦੋਂ ਇਹ ਬਿੱਲ ਆ ਗਿਆ ਉਦੋਂ ਸੈਂਟਰ ਨੇ ਆਪਣੇ ਆਪ ਨੂੰ ਇੰਪੋਜ਼ ਕਰਨਾ ਵਾ, ਔਰ ਸਟੇਟਾਂ ਆਪਣੇ ਆਪ ਨੂੰ ਪ੍ਰੋਟੈਕਟ ਨਹੀਂ ਕਰ ਸਕਣਗੀਆਂ। ਪਾਰਲੀਮੈਂਟ ਦੇ ਥਰੂ ਇਹ ਬਿੱਲ ਲਿਆਉਣਾ ਚਾਹੀਦਾ ਸੀ, ਇੱਕ ਆਰਡੀਨੈਂਸ ਜਿਹੜਾ ਵਾ ਇਹ ਨਹੀਂ ਸੀ ਲਿਆਉਣਾ ਚਾਹੀਦਾ। ਪਾਰਲੀਮੈਂਟ ਦਾ ਸੈਸ਼ਨ ਸੱਦਿਆ ਜਾ ਸਕਦਾ ਸੀ ਜਦੋਂ ਇੰਨਾ ਇੱਕ ਇੰਪੋਰਟੈਂਟ ਮਸਲਾ ਜਿਹੜਾ ਵਾ ਉਹ ਅਸੀਂ ਲਿਆ ਰਹੇ ਹਾਂ। ਪੰਜਾਬ ਲੀਡਰਸ਼ਿਪ ਬਹੁਤ ਹੱਦ ਤੱਕ ਜ਼ਿੰਮੇਵਾਰ ਆ। ਮੈਂ ਉਹਦੇ ਤੇ ਤੁਹਾਨੂੰ ਥੋੜਾ ਜਿਹਾ ਬੈਕਗਰਾਉਂਡ ਵੀ ਦੱਸੂਗਾ, ਪਰ ਉਸ ਤੋਂ ਪਹਿਲਾਂ ਮੈਂ ਅਗਲੀ ਕਾਲ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਹੈਲੋ ਸਤਿ ਸ੍ਰੀ ਅਕਾਲ ਸੰਤ ਸਾਹਿਬ। ਸਤਿ ਸ੍ਰੀ ਅਕਾਲ ਸ਼ੇਰ ਸਿੰਘ ਜੀ। ਹਾਂਜੀ ਸੰਤ ਸਾਹਿਬ, ਮੈਂ ਤਾਂ ਇਹ ਕਹੂੰਗਾ ਵੀ ਜਿਹੜੀਆਂ ਸਟੇਟਾਂ ਨਾ ਇੰਡੀਆ ਦੀਆਂ, ਜਿੱਥੇ ਤੱਕ ਮੇਰਾ ਤਜਰਬਾ ਇੱਥੇ ਰਹਿੰਦੇ ਗਏ ਆ ਅਸੀਂ ਜੀ, ਵੀ ਉਹ ਕਰਦਾ, ਉਹ ਰਹਿਮੋ ਕਰਮ ਤੇ ਹੈਗੀ ਸੈਂਟਰ ਦੇ। ਰਾਈਟ। ਸੈਂਟਰ ਹਮੇਸ਼ਾ ਹੀ ਸਟੇਟਾਂ ਨੂੰ ਦਬਾ ਕੇ ਹੀ ਰੱਖਿਆ ਉਹਨੇ, ਤੇ ਉਨੀ ਕੀ ਮਦਦ ਦਿੰਦਾ ਸਹਿੰਦੀ ਜਿੰਨੀ ਕੁ ਲੋ, ਮਤਲਬ ਵੀ ਉਹਨਾਂ ਨੂੰ ਐਂ ਬਣਦਾ ਵੀ ਕੋਈ ਆਪਣੀ ਵੋਟ ਪਰਚੀ ਨਾ ਖੁੱਸ ਜਾਵੇ। ਤੇ ਜ਼ਿਆਦਾਤਰ ਮੈਂ ਕਹੂੰਗਾ ਜਿਹੜੀਆਂ ਦੂਜੀਆਂ ਹੁੰਦੀਆਂ ਸਰਕਾਰਾਂ ਸਟੇਟਾਂ ਦੀਆਂ, ਸੈਂਟਰ ਦੀ ਸਰਕਾਰ ਤੋਂ ਬਿਨਾਂ ਗੈਰ ਪਾਰਟੀ ਦੂਜੀ ਦੀਆਂ, ਉਹਨਾਂ ਨਾਲ ਤਾਂ ਬਿਲਕੁਲ ਮੇਰੇ ਖਿਆਲ ਨਹੀਂ ਸਹਾਇਤਾ ਕਰਦੇ। ਪਰ ਸ਼ੇਰ ਸਿੰਘ ਜੀ ਸੈਂਟਰ ਤੇ ਜੋ ਕਰਦਾ ਹੀ ਆ, ਪਰ ਰਾਜ ਸਰਕਾਰਾਂ ਰੀਜਨਲ ਪਾਰਟੀਜ਼ ਜਿਹੜੀਆਂ ਆਪਣੇ ਆਪ ਨੂੰ ਕਹਿੰਦੀਆਂ ਰਹੀਆਂ ਵੀ ਅਸੀਂ ਪੰਜਾਬ ਨੂੰ ਪ੍ਰੋਟੈਕਟ ਕਰਦੀਆਂ ਵਾ, ਜਿਵੇਂ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ 73 ਔਰ ਫਿਰ 78 ਦੇ ਵਿੱਚ ਲਿਆਂਦਾ, ਅਖੀਰ ਉਹੀ ਪਾਰਟੀਆਂ ਜਿਹੜੀਆਂ ਵਾ ਉਹ ਕੇਂਦਰ ਦੇ ਵਿੱਚ ਭਾਜਪਾ ਵਰਗੀਆਂ ਪਾਰਟੀਆਂ ਦੀਆਂ ਭਾਈਵਾਲ ਪਾਰਟੀਆਂ ਬਣ ਗਈਆਂ। ਔਰ ਸਭ ਤੋਂ ਜ਼ਿਆਦਾ ਨੁਕਸਾਨ ਪਿਛਲੇ 10 ਸਾਲਾਂ ਦੇ ਵਿੱਚ ਸਟੇਟਾਂ ਨੂੰ ਹੋਇਆ, ਜਿਸ ਵੇਲੇ ਭਾਜਪਾ ਦੀ ਸਰਕਾਰ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਸੀ ਔਰ ਅਕਾਲੀ ਦਲ ਉਹਨਾਂ ਦੇ ਭਾਈਵਾਲ ਪਾਰਟੀ ਸੀ। ਜੀ ਸ਼ੇਰ ਸਿੰਘ ਜੀ। ਹਾਂਜੀ ਸਭ ਸਾਹਿਬ, ਮੈਂ ਉੱਥੇ ਆਉਣ ਲੱਗਾ ਸੀ। ਵੈਸੇ ਇਹਨਾਂ ਪਾਰਟੀਆਂ ਦੀਆਂ ਜਿਹੜੀਆਂ ਦੋ ਪਾਰਟੀਆਂ ਤੁਸੀਂ ਟ੍ਰਿਸ਼ੋ ਪਾਰਟੀਆਂ ਦੀ ਗੱਲ ਕੀਤੀ ਹੈ ਨਾ, ਇਹਨਾਂ ਨੇ ਜੇ ਆਪਾਂ ਕਹਿ ਲਈਏ 1947 ਦਾ ਮੈਂ ਤਾਂ ਕਤਲੇਆਮ ਕਹੂੰਗਾ, ਮਨੁੱਖੀ ਲਾਸ਼ ਹੋਇਆ, ਆਜ਼ਾਦੀ ਕਾਹਦੀ ਸੀ, ਉੱਥੋਂ ਨਹੀਂ ਸਬਕ ਸਿੱਖਿਆ। ਤੇ ਇਹਨਾਂ ਨੇ ਉਦੋਂ ਪਾਰਟੀਸ਼ਨ ਤੋਂ ਪਹਿਲਾਂ ਸਾਡੇ ਜਿਹੜੇ ਪੋਲੀਟੀਕਲ ਲੀਡਰ ਆ ਇਹ ਟੋਡੀ ਬਣ ਕੇ ਰਹੇ ਬ੍ਰਿਟਾਨੀਆ ਦੀ, ਬ੍ਰਿਟਿਸ਼ ਦੇ। ਬਿਲਕੁਲ ਸਹੀ ਕਿਹਾ ਜੀ ਸ਼ੇਰ ਸਿੰਘ ਜੀ, ਬਿਲਕੁਲ ਸਹੀ ਕਿਹਾ। 1947 ਦੀ ਵੰਡ, ਯੂਨੀਅਨਿਸਟ ਪਾਰਟੀ 1947 ਦੇ ਵਿੱਚ ਜ਼ੋਰ ਲਾਉਂਦੀ ਰਹੀ ਵੀ ਆਪਾਂ ਵੰਡ ਨਾ ਹੋਣ ਦਈਏ, ਲੇਕਿਨ ਉਸ ਵੇਲੇ ਮੁਸਲਿਮ ਲੀਗ ਚਾਹੁੰਦੀ ਸੀ ਵੰਡ, ਔਰ ਉਸ ਵੇਲੇ ਜਿਹੜੀ ਪੰਜਾਬ ਦੀ ਲੀਡਰਸ਼ਿਪ ਸੀ ਉਹ ਵੀ ਉਹਨਾਂ ਦੇ ਨਾਲ ਰਲ ਗਈ ਔਰ ਪੰਜਾਬ ਦੀ ਵੰਡ ਹੋਈ, ਔਰ ਵੇਖੋ ਕਿੰਨਾ ਕਤਲੇ ਗਾਰਤ ਹੋਇਆ। ਔਰ ਉਸ ਤੋਂ ਬਾਅਦ ਫਿਰ 1966 ਦੇ ਵਿੱਚ ਦੁਬਾਰਾ ਪੰਜਾਬ ਦੀ ਵੰਡ ਹੋਈ। ਸੋ ਇਹਨਾਂ ਵਾਸਤੇ ਪੰਜਾਬ ਦੇ ਆਪਣੀ ਲੀਡਰਸ਼ਿਪ ਜ਼ਿੰਮੇਵਾਰ ਆ ਜੀ। ਹਾਂਜੀ ਮੈਂ ਸਮਝਦਾ, ਬਾਕੀ ਇਹ ਕਹੂੰਗਾ ਪਰ ਇਹਨਾਂ ਨੇ ਸਬਕ ਨਹੀਂ ਸਿੱਖਿਆ। ਫਿਰ ਵੀ ਇਹ ਟੋਡੀ ਪਾਉਣਾ ਹੁਣ ਇਹ ਕੇਂਦਰ ਸਰਕਾਰਾਂ ਦਾ ਕਰਦੇ, ਕਿਵੇਂ ਫੁੱਲਾਂ ਦੇ ਬੁੱਕੇ ਲੈ ਕੇ ਉੱਥੇ ਜਾ ਕੇ ਮਿਹਨਤਾਂ ਤਰਲੇ ਕਰਦੇ ਆ। ਮੈਂ ਕਹੂੰਗਾ ਇਹ ਜ਼ਿੰਮੇਵਾਰ ਆ ਰੱਜ ਕੇ, ਜੇ ਇਹਨਾਂ ਦੀ ਨੀਤੀ ਤੇ ਨੇਕੀ ਜਿਹੜੀ ਰਾਜਨੀਤੀ ਸਾਫ਼ ਹੁੰਦੀ ਨਾ ਸੰਧੂ ਸਾਹਿਬ, ਇਹ ਸਟੇਟਾਂ ਦੇ ਤੌਰ ਤੇ ਭਾਵੇਂ ਕੇਂਦਰ ਮਦਦ ਨਹੀਂ ਕਰਦਾ, ਪਰ ਜੇ ਇਹ ਆਪਦੀ ਨੀਤੀ ਇਹਨਾਂ ਦੀ ਜਿਹੜੀ ਗਵਰਨਮੈਂਟ ਚੰਗੀ ਤਰ੍ਹਾਂ ਦਿੱਤੀ ਹੁੰਦੀ, ਇਮਾਨਦਾਰੀ ਨਾਲ, ਭ੍ਰਿਸ਼ਟਾਚਾਰ ਨਾ ਹੁੰਦਾ, ਮੇਰੇ ਖਿਆਲ ਸਟੇਟਾਂ ਕਾਫੀ ਹੱਦ ਤੱਕ ਸਰਵਾਈਵ ਰਹਿ ਸਕਦੀਆਂ। ਜੇਕਰ ਇਹਨਾਂ ਦੀ ਆਪਦੀ ਜਿਹੜੇ ਪੋਲੀਟੀਸ਼ੀਅਨ ਆ ਸਾਡੇ, ਇਹਨਾਂ ਦੇ ਝੋਲੀ ਚੱਕ ਨਾ ਬਣਨ। ਇਹਨਾਂ ਨੇ ਦੋ ਰਿਸ਼ਤੇ ਰੱਖੇ, 9 ਮਾਸ ਦਾ ਰਿਸ਼ਤਾ ਤੇ ਮਤਰੇਈ ਮਾਲ ਆ। ਜਦੋਂ ਦੂਜੀ ਸਰਕਾਰ ਆ ਮਤਰੇਈ ਮਾਲ ਵਾਲਾ ਕੇ ਨਿਕਲ ਜਾਂਦੇ ਸੀ, ਉਦੋਂ ਜਦੋਂ ਹੁਣ 9 ਮਾਸ ਦਾ ਰਿਸ਼ਤਾ ਕਿੱਥੇ ਗਿਆ ਸੰਧੂ ਸਾਹਿਬ? ਜਿਵੇਂ ਤੁਸੀਂ ਮਨਪ੍ਰੀਤ ਦੀ ਗੱਲ ਕੀਤੀ ਹੈ, ਇੱਕ ਵੱਡਾ ਸਾਰਾ ਹੱਥ ਜਾਂ ਦਿਲ ਤੇ ਲਿਜਾ ਕੇ ਨਹੀਂ ਗੱਲ ਬਣਨੀ, ਐਵੇਂ ਸ਼ੇਰੋ ਸ਼ੇਰੀ ਨਾ। ਇਹ ਤਾਂ ਤੁਹਾਨੂੰ ਆਪਦੀ ਪਾਰਦਰਸ਼ੀ ਦਿਖਾਉਣੀ ਪਊ ਸੰਧੂ ਸਾਹਿਬ, ਨੀਤੀਆਂ ਲਿਆਉਣੀਆਂ ਪੈਣਗੀਆਂ, ਤੁਹਾਨੂੰ ਵਿਜ਼ਨ ਦਿਖਾਉਣਾ ਪਊ ਲੋਕਾਂ ਨੂੰ, ਤਾਂ ਜਾ ਕੇ ਗੱਲ ਬਣਨੀ ਹੈ। ਨਹੀਂ ਤਾਂ ਸਟੇਟਾਂ ਇਸ ਤਰ੍ਹਾਂ ਹੀ ਤਰਸਦੀਆਂ ਰਹਿਣਗੀਆਂ, ਛੇਤੀ ਦਾ ਹੱਲ ਨਹੀਂ ਲੱਭਣਾ ਜਿੰਨਾ ਚਿਰ ਆਪਦੀ
ਓਨੈਸਟੀ ਨਹੀਂ ਲਿਆਉਂਦੇ ਪੂਰੀ ਸਟੇਟਾਂ ਦੇ ਵਿੱਚ। ਮਿਹਰਬਾਨੀ, ਥੈਂਕ ਯੂ ਸ਼ੇਰ ਸਿੰਘ ਜੀ, ਵਧੀਆ ਗੱਲ ਕੀਤੀ ਤੁਸੀਂ। ਮੀਨਵਾਈਲ ਪ੍ਰਗਟ ਬਲ ਵੀ ਸਾਡੇ ਦੀ ਤਾਰੀਫ ਕਰ ਰਹੇ, ਮਿਹਰਬਾਨੀ ਪ੍ਰਗਟ ਬਲ ਜੀ। ਰਾਣਾ ਪਰਮਜੋਤ ਕਹਿ ਰਹੇ ਨੇ ਰਾਜਵਿੰਦਰ ਪੰਨੂ ਨੇ ਬਹੁਤ ਸੋਹਣੇ ਪੁਆਇੰਟ ਰੇਜ਼ ਕੀਤੇ ਹੈ। ਰਵਿੰਦਰ ਸਿੰਘ ਸੋਢੀ ਕਹਿ ਰਹੇ ਨੇ ਕਿ ਆਰਡੀਨੈਂਸ ਦੀ ਦੁਰਵਰਤੋਂ ਸਭ ਤੋਂ ਜ਼ਿਆਦਾ ਕਾਂਗਰਸ ਪਾਰਟੀ ਨੇ ਖੁਦ ਹੀ ਕੀਤੀ ਸੀ, ਹੁਣ ਪੰਜਾਬ ਦਾ ਮੁੱਖ ਮੰਤਰੀ ਆਰਡੀਨੈਂਸ ਦਾ ਵਿਰੋਧ ਕਰ ਰਹੇ ਨੇ। ਗੁਰਪ੍ਰੀਤ ਤੱਤ ਕਹਿ ਰਹੇ ਨੇ ਕਿ ਜੇ ਅਮਰੀਕਾ ਕੈਨੇਡਾ ਦੀਆਂ ਸਟੇਟਾਂ ਆਪਣੇ ਹੱਕ ਰਾਖਵੇਂ ਰੱਖ ਸਕਦੀਆਂ ਤੇ ਅਸੀਂ ਕਿਉਂ ਨਹੀਂ ਰੱਖ ਸਕਦੇ, ਔਰ ਪੰਜਾਬ ਸਰਕਾਰ ਨੂੰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਵੀ ਧੱਕਾ ਨਾ ਹੋਵੇ। ਮੀਨਵਾਈਲ ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਕਿ ਇਸ਼ੂ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਇਸ਼ੂ ਬਣਨਾ ਚਾਹੀਦਾ, ਸਾਰੀਆਂ ਰੀਜਨਲ ਪਾਰਟੀਆਂ ਨੂੰ ਇਕੱਠੇ ਹੋ ਕੇ ਇਸ਼ੂ ਰੇਜ਼ ਕਰਨਾ ਚਾਹੀਦਾ। ਔਰ ਰਵਿੰਦਰ ਸੋਢੀ ਸਾਹਿਬ ਨੇ ਕਿਹਾ ਵਾ ਕਿ ਸਟੇਟਾਂ ਨੂੰ ਸੁਪਰੀਮ ਕੋਰਟ ਜਾਣਾ ਚਾਹੀਦਾ ਵਾ ਆਪਣੇ ਅਧਿਕਾਰਾਂ ਦੀ ਸੁਰੱਖਿਆ ਵਾਸਤੇ। ਰਵਿੰਦਰ ਜੀ, ਸ਼ਾਇਦ ਸੁਪਰੀਮ ਕੋਰਟ ਦੇ ਵਿੱਚ ਇਹਦਾ ਸ਼ਾਇਦ ਇਹਦਾ ਬਹੁਤਾ ਜਸਟਿਸ ਨਾ ਮਿਲੇ, ਕਿਉਂਕਿ ਪਾਰਲੀਮੈਂਟ ਜਦੋਂ ਮੈਜੋਰਿਟੀ ਦੇ ਨਾਲ ਕੋਈ ਬਿੱਲ ਪਾਸ ਕਰ ਦਿੰਦੀ ਆ ਤੇ ਉਹਦੇ 'ਚ ਨਾਰਮਲੀ ਸੁਪਰੀਮ ਕੋਰਟ ਦਖਲ ਨਹੀਂ ਦਿੰਦੀ। ਹਾਂ, ਅਸੀਂ ਸੁਪਰੀਮ ਕੋਰਟ ਕੋਲ ਇਹ ਜਾ ਕੇ ਤੇ ਜ਼ਰੂਰ ਦਰਖਾਸਤ ਕਰ ਸਕਦੇ ਹਾਂ ਕਿ ਬੇਸਿਕ ਸਟਰਕਚਰ ਨੂੰ ਢਾਹ ਲੱਗ ਰਹੀ ਹੈ, ਬੇਸਿਕ ਸਟਰਕਚਰ ਬਦਲਿਆ ਜਾ ਰਿਹਾ, ਸਾਨੂੰ ਪ੍ਰੂਵ ਕਰਨਾ ਪਊਗਾ ਕਿ ਜੋ ਹੋ ਰਿਹਾ ਵਾ ਇਹ ਬੇਸਿਕ ਸਟਰਕਚਰ ਦੇ ਨਾਲ ਖਿਲਵਾੜ ਆ। ਸੋ ਇਹ ਸਾਨੂੰ ਪੁਆਇੰਟ ਜ਼ਰੂਰ ਉੱਥੇ ਆ ਕੇ ਰੇਜ਼ ਕਰਨਾ ਪਊਗਾ। ਕਾਲਰ ਹੋਲਡ ਕਰ ਰਹੇ ਨੇ, ਦੇਖਦੇ ਉਹਨਾਂ ਦਾ ਕੀ ਵਿਚਾਰ ਹੈ। ਹੈਲੋ, ਹਾਂਜੀ ਸੰਧੂ ਸਾਹਿਬ, ਸਤਿ ਸ੍ਰੀ ਅਕਾਲ। ਮੈਂ ਸ਼ਮਸ਼ੇਰ ਸਿੰਘ ਲਾਸ ਏਂਜਲਸ ਤੋਂ ਅਰਜ਼ ਕਰਦਾ ਜੀ। ਹਾਂਜੀ ਸ਼ਮਸ਼ੇਰ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਅੱਜ ਵੇਲੇ ਮਸਲੇ ਤੇ ਕੀ ਕਹੋਗੇ? ਕੇਂਦਰ ਦੀ ਸਰਕਾਰ ਹੈ, ਕੇਂਦਰ ਦੇ ਵਿੱਚ ਦੋ ਪਾਰਟੀਆਂ ਨੇ, ਭਾਰਤੀ ਜਨਤਾ ਪਾਰਟੀ ਤੇ ਕਾਂਗਰਸ। ਇਹ ਕਦੇ ਵੀ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੇ ਹੱਕ ਵਿੱਚ ਨਹੀਂ ਰਹੀਆਂ। ਜਿਹੜੀਆਂ ਖੇਤਰੀ ਪਾਰਟੀ ਨੇ ਜਾਂ ਸਵਾਈ ਪਾਰਟੀਆਂ ਨੇ, ਉਹ ਹਮੇਸ਼ਾ ਸੂਬਿਆਂ ਨੂੰ ਵੱਧ ਅਧਿਕਾਰ ਦੇ ਤੇ ਲੜਦੇ ਰਹੀਆਂ ਨੇ ਤੇ ਆਪੋ ਆਪਣੇ ਖੇਤਰ ਦੀਆਂ ਜਿਹੜੀਆਂ ਮੰਗਾਂ ਤੀਆਂ ਉਹਨਾਂ ਪ੍ਰਤੀ ਵੀ ਸਹਾਰਦ ਰਹੀਆਂ ਨੇ। ਪਰ ਪਿਛਲੇ 3-4 ਦਹਾਕਿਆਂ ਤੋਂ ਜਦ ਤੋਂ ਸੈਂਟਰ ਦੇ ਵਿੱਚ ਕੋਲੀਸ਼ਨ ਸਰਕਾਰਾਂ ਦਾ ਯੁੱਗ ਸ਼ੁਰੂ ਹੋਇਆ ਤਾਂ ਮਿਨੀਮਮ ਪ੍ਰੋਗਰਾਮ ਅਧੀਨ ਜਿਹੜੀਆਂ ਸਵਾਈ ਪਾਰਟੀਆਂ ਦੀਆਂ ਉਹਨਾਂ ਦੇ ਨੁਮਾਇੰਦੇ ਵੀ ਕੇਂਦਰ ਦੇ ਵਿੱਚ ਵਜ਼ੀਰ ਬਣੇ। ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਸਵਾਈ ਸਿਰਦਤਾ ਸੀ ਜਾਂ ਸੂਬੇ ਪ੍ਰਤੀ ਜਾਂ ਖੇਤੀ ਪ੍ਰਤੀ ਸੋਚਣ ਦੀ ਨੀਤੀ ਸੀ, ਉਹ 'ਚ ਬਦਲਾਅ ਆਇਆ, ਕਿਉਂਕਿ ਮਿਨੀਮਮ ਪ੍ਰੋਗਰਾਮ ਦੇ ਅਧੀਨ ਜਿਹੜੀਆਂ ਦੋਨੀਆਂ ਵੱਡੀਆਂ ਪਾਰਟੀਆਂ ਤੋਂ ਉਹਨਾਂ ਤੋਂ ਛੋਟੀਆਂ ਪਾਰਟੀਆਂ ਬਾਹਰ ਨਹੀਂ ਸੀ ਜਾ ਸਕਦੀਆਂ। ਹਾਂ, ਮਿਨਿਸਟਰੀ ਦੇ ਉਹਦੇ ਤੇ ਉਹ ਜ਼ਰੂਰ ਰਹਿੰਦੀਆਂ ਸੀ। ਉਹ ਉਦੋਂ ਤੋਂ ਹੀ ਜਿਹੜਾ ਖੇਤਰੀ ਜੋਗਾ ਜਾਂ ਖੇਤਰੀ ਮੰਗਾਂ ਦੀਆਂ ਉਹਨਾਂ ਦਾ ਜਿਹੜਾ ਆਧਾਰ ਆ ਉਹ ਘਟਦਾ ਹੀ ਗਿਆ। ਥੈਂਕ ਯੂ ਵੈਰੀ ਮਚ ਜੀ। ਪਰ ਇੱਕ ਮਿੰਟ ਸ਼ਮਸ਼ੇਰ ਜੀ, ਕਾਲ ਨਾ ਛੱਡਿਓ। ਤੁਸੀਂ ਕਿਹਾ ਵੀ ਖੇਤਰੀ ਪਾਰਟੀਆਂ ਸਵੇਰਦ ਰਹੀਆਂ ਆਪਣੀਆਂ ਸਟੇਟਾਂ ਵਾਸਤੇ, ਲੇਕਿਨ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਵਾਸਤੇ ਜਿੰਨਾ ਇੱਕ ਜਦੋਜਹਿਦ ਸ਼ੁਰੂ ਕੀਤੀ, ਧਰਮਯੁੱਧ ਮੋਰਚਾ ਲਾਇਆ, ਪੰਜਾਬ ਦਾ ਨੁਕਸਾਨ ਹੋਇਆ, ਉਹ ਇਸ ਵੇਲੇ ਆਨੰਦਪੁਰ ਸਾਹਿਬ ਦੇ ਮੱਥੇ ਤੇ ਕਿੱਥੇ ਖੜੇ ਆ? ਉਹ ਦੇਖੋ ਜੀ, ਗੱਲ ਤਾਂ ਇਹ ਵੀ ਜਦੋਂ ਤੋਂ ਪੁਲਿਸ ਛੋਟੀਆਂ ਪਾਰਟੀਆਂ ਨੇ ਸੈਂਟਰ ਦੇ ਵਿੱਚ ਰਾਜ ਭਾਗ ਮੰਨਣ ਦਾ ਮੌਕਾ ਮਿਲਿਆ, ਉਸ ਤੋਂ ਬਾਅਦ ਉਹ ਆਪਣੀ ਜਿਹੜੇ ਖੇਤਰੀ ਮੰਗਾਂ ਪ੍ਰਤੀ ਸਹਿਰਦਤਾ ਸੀ ਉਹ ਘਟਦੀ ਗਈ ਆ ਸਾਰੀਆਂ ਖੇਤਰੀ ਪਾਰਟੀਆਂ 'ਚ। ਤੇ ਜਿਹੜਾ ਨੁਕਸਾਨ ਹੋ ਗਿਆ ਲੋਕਾਂ ਦਾ, ਨਹੀਂ ਦੇਖੋ ਜੀ, ਹੁਣ ਸਿਆਸਤ ਤੋਂ 3-4 ਦਹਾਕਿਆਂ ਤੋਂ ਜਿਹੜੀ ਪੋਲੀਟਿਕਸ ਆ ਉਹ ਸਿਆਸਤ ਬਣ ਗਈ। ਪੁਰਾਣੀਆਂ ਗੱਲਾਂ ਤਾਂ ਫਿਰ ਕਹਿੰਦੇ ਛੱਡੋ ਜੀ, ਇਹਨਾਂ ਗੱਲਾਂ ਨੂੰ ਪੁਰਾਣੀਆਂ ਤੇ ਪਾਓ ਮਿੱਟੀ। ਜੀ ਮਿਹਰਬਾਨੀ, ਥੈਂਕ ਯੂ ਜੀ। ਥੈਂਕ ਯੂ ਸ਼ਮਸ਼ੇਰ ਸਿੰਘ ਜੀ। ਮੀਨਵਾਈਲ ਰਾਣਾ ਪਰਮਜੋਤ ਨੇ ਕਿਹਾ ਵਾ ਕਿ ਜਿਵੇਂ ਮੈਂ ਇਤਰਾਜ਼ ਕੀਤਾ ਸੀ, ਇਸੇ ਤਰ੍ਹਾਂ ਡਾਕਟਰ ਧਰਮਵੀਰ ਗਾਂਧੀ ਨੇ ਜਿਹੜੇ MP ਪਟਿਆਲੇ ਤੋਂ ਸਨ, ਉਹਨਾਂ ਨੇ ਵੀ ਮਨਪ੍ਰੀਤ ਬਾਦਲ ਨੂੰ GST ਦੇ ਉੱਤੇ ਵਾਰਨ ਕੀਤਾ ਸੀ। ਬਿਲਕੁਲ ਸਹੀ ਹੈ ਜੀ, ਬਿਲਕੁਲ। ਇਨਫੈਕਟ ਡਾਕਟਰ ਧਰਮਵੀਰ ਗਾਂਧੀ ਤੇ ਅੱਜ ਵੀ ਆਪਣੇ ਸਟੇਟਾਂ ਨੂੰ ਆਟੋਨਮੀ ਦੇ ਉੱਤੇ ਅੱਜ ਵੀ ਉੱਥੇ ਹੀ ਖੜੇ ਆ। ਰਾਜਵਿੰਦਰ ਪੰਨੂ ਕਹਿ ਰਹੇ ਨੇ ਕਿ CBI ਤੇ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ, ਦੋ ਏਜੰਸੀਆਂ ਵਾ, ਇਹ ਸਟੇਟਾਂ 'ਚ ਦੁਬਾਰਾ ਦਖਲ ਦਿੰਦੀਆਂ। ਹਾਲਾਂਕਿ ਪੁਲਿਸ ਜਿਹੜੀ ਆ ਇਹ ਸਟੇਟ ਸਬਜੈਕਟ ਹੈ, ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ, ਔਰ CBI ਨੂੰ ਕੰਸੈਂਟ ਚਾਹੀਦੀ ਸਟੇਟਾਂ ਤੋਂ ਉੱਥੇ ਦਖਲ ਦੇਣ ਵਾਸਤੇ, ਲੇਕਿਨ ਉਹ ਕਈ ਵਾਰ ਡਾਇਰੈਕਟਲੀ ਦਖਲ ਦਿੰਦੀ ਹੈ, ਔਰ NIA ਤੇ ਦਖਲ ਦੇ ਹੀ ਰਹੀ ਆ ਨੈਸ਼ਨਲ ਸਿਕਿਉਰਿਟੀ ਦੇ ਨਾਂ ਦੇ ਉੱਪਰ। ਬਹੁਤ ਵਧੀਆ ਡਿਬੇਟ ਚੱਲ ਰਹੀ ਸੀ, ਲੇਕਿਨ ਇੱਕ ਛੋਟੀ ਜਿਹੀ ਬ੍ਰੇਕ ਵਾਸਤੇ ਸਾਨੂੰ ਰੁਕਣਾ ਪਊਗਾ। ਬ੍ਰੇਕ ਤੋਂ ਬਾਅਦ ਆਪਾਂ ਅੱਜ ਦਾ ਮਸਲਾ ਜਿਹੜਾ ਵਾ ਸਟੇਟ ਕਿਵੇਂ ਕਮਜ਼ੋਰ ਹੋ ਰਹੀਆਂ ਵਾ ਇਹਦੇ ਤੇ ਵਿਚਾਰ ਚਰਚਾ ਜਾਰੀ ਰੱਖਾਂਗੇ ਛੋਟੀ ਜਿਹੀ ਵਕਫੇ ਤੋਂ ਬਾਅਦ। This program is sponsored by PrimeLink Express, Gurmeet Malli, Union Truck Stop, Bakersfield, Sukhi Kuman, S&S Brokers Incorporation, ਨਿਊ ਜਰਸੀ ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ।
ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲਿਨ, ਨਿਊ ਜਰਸੀ 08830 ਅਤੇ ਕਾਲ ਕਰੋ 201 259 9223। ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ ਜਿੱਥੇ ਸਿਰਫ ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर ਸੋਸ਼ਲ ਚੇਂਜ। ਵਿਜ਼ਿਟ ਔਰ ਕਾਲ। ਮੋਰ ਇਨਫੋਰਮੇਸ਼ਨ ਜੈਸੀ ਸਿੰਘ ਐਂਡ ਸਾਜਿਦ ਤਰਾਰ। ਕੈਲੀਫੋਰਨੀਆ ਤੋਂ ਸਾਊਥ ਈਸਟਰਨ ਤੱਕ, ਜਾਰਜੀਆ, ਫਲੋਰੀਡਾ, ਅਲਾਬਾਮਾ, ਮਿਸੀਸਿਪੀ, ਲੂਜ਼ੀਆਨਾ, ਟੈਕਸਸ ਸੂਬੇ ਤੱਕ ਸੁਰੱਖਿਅਤ ਪ੍ਰੋਡਿਊਸ ਨੂੰ ਰੀਫਰ ਸਰਵਿਸ ਰਾਹੀਂ ਸਹੀ ਸਮੇਂ ਪਹੁੰਚਾਉਣ ਵਾਲੀ ਪੰਜਾਬੀਆਂ ਦੀ ਮਾਣਮੱਤੀ ਕੰਪਨੀ ਪ੍ਰਾਈਮ ਲਿੰਕ ਐਕਸਪ੍ਰੈਸ। ਹੈੱਡ ਆਫਿਸ 825 ਨੇਵੀ ਡਰਾਈਵ, ਸਟਾਕਟਨ, ਕੈਲੀਫੋਰਨੀਆ 95206। For more information, call Gurmeet Malli. P&J Fuel Wholesaler of gasoline and diesel. We offer retail and wholesale, branded and unbranded fuel, serving New Jersey, New York, Pennsylvania, and Texas. Our services include station rebranding for many major gasoline brands at the most competitive prices. Our portfolio includes Exxon, Mobil, Shell, BP, and many more. To grow your business with us, please call 908-720-3032. P&J Fuel, fuel to take you further. ਨਿਊ ਜਰਸੀ ਦੇ ਕੋਲ ਰਾਊਟ 19 ਅਤੇ ਹੋਰ ਲੋਕੇਸ਼ਨ ਤੇ ਟਰੱਕ ਡਰਾਈਵਰ ਵੀਰਾਂ ਲਈ ਸਸਤਾ ਡੀਜ਼ਲ ਅਤੇ ਨਾਨ ਕੰਪੈਰੀਟਿਵਲੀ ਗੈਸ ਪ੍ਰਾਈਸ ਵਾਸਤੇ ਹਮੇਸ਼ਾ ਯਾਦ ਰੱਖੋ ਫਿਊਲ 1 ਸਾਡਾ 690 RT1 ਨਾਰਥ ਐਡੀਸਨ ਅਤੇ ਵੱਡਾ ਕਰਾਊਨ ਡੀਪੂ, ਜਿੱਥੇ ਟਰੱਕ ਸਰਵਿਸ ਅਤੇ ਟਾਇਰ ਸਰਵਿਸ ਵਾਜਿਬ ਰੇਟਾਂ ਤੇ ਕੀਤੀ ਜਾਂਦੀ ਹੈ। ਡੀਜ਼ਲ ਨਾਲ ਸਕੇਲ ਸੁਵਿਧਾ ਵੀ ਹੈ ਉਪਲਬਧ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 732 572 4411। ਪੰਜਾਬੀਆਂ ਦੇ ਦਿਲ ਸਟਾਕਟਨ ਵਿਖੇ ਟਰੱਕ ਡਰਾਈਵਰ ਭਰਾਵਾਂ ਲਈ ਸਹੂਲਤਾਂ ਭਰਿਆ ਵੈਨਕੋ ਟਰੱਕ ਐਂਡ ਆਟੋ ਪਲਾਜ਼ਾ, ਜਿੱਥੇ ਟਰੱਕ ਡਰਾਈਵਰ ਵੀਰਾਂ ਲਈ ਸਸਤੇ ਅਤੇ ਭਰੋਸੇਮੰਦ ਰੇਟ ਤੇ ਡੀਜ਼ਲ ਅਤੇ ਹੋਰ ਸਮਾਨ 24 ਘੰਟੇ ਉਪਲਬਧ ਹੈ। ਟਰੱਕਾਂ ਨੂੰ ਪਾਰਕ ਕਰਨ ਤੇ ਡਰਾਈਵਰ ਵੀਰਾਂ ਵਾਸਤੇ ਆਧੁਨਿਕ ਤੇ ਸਾਫ਼ ਸੁਥਰੇ ਸ਼ਾਵਰ, ਖਾਣ ਪੀਣ ਦੇ ਤਾਜ਼ੇ ਫੂਡ ਦੀ ਸੁਵਿਧਾ, ਹਾਈਵੇ ਦੇ ਚਾਰਟਰ ਵੇ ਐਗਜ਼ਿਟ ਦੇ ਐਨ ਉੱਪਰ। ਵਧੇਰੇ ਜਾਣਕਾਰੀ ਲਈ ਮਲਕੀਤ ਸਿੰਘ ਬੋਪਾਰਾਏ ਨੂੰ ਹੇਠ ਲਿਖੇ ਨੰਬਰ ਤੇ ਕਾਲ ਕਰੋ। ਜੇਕਰ ਤੁਸੀਂ ਆਪਣੇ ਸੁਪਨਿਆਂ ਦੇ ਘਰ ਦੀ ਤਲਾਸ਼ ਵਿੱਚੋਂ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਅਸੀਂ ਤੁਹਾਨੂੰ ਨਿਊਯਾਰਕ ਵਿੱਚ ਵਾਜਿਬ ਰੇਟ ਤੇ ਸਾਫ਼ ਸੁਥਰਾ ਘਰ ਬਣਾ ਕੇ ਅਤੇ ਰੈਨੋਵੇਟ ਕਰਕੇ ਦੇਵਾਂਗੇ। ਜੀ ਹਾਂ, ਸਾਡੇ ਕੋਲ ਨਿਊਯਾਰਕ ਵਿੱਚ ਕਈ ਘਰ ਬਿਲਕੁਲ ਤਿਆਰ ਪਏ ਨੇ। ਫਿਰ ਦੇਰ ਕਿਸ ਗੱਲ ਦੀ? ਕਾਲ ਕਰਨ ਲਈ ਡਾਇਲ ਕਰੋ 9172250888 ਤੇ। ਅਸ਼ੋਕ ਮਾਹੀ ਜੀ ਤੁਹਾਡੇ ਲਈ ਆਪਣੇ ਘਰ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਨਗੇ। This program is sponsored by Prime Link Express, Gurmeet Malli, Union Truck Stop, Bakersfield, Sukhi Kuman. ਵੈਲਕਮ ਬੈਕ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਵੀ ਕਿਵੇਂ ਕੇਂਦਰ ਹੌਲੀ ਹੌਲੀ ਇੰਡੀਆ ਦੇ ਵਿੱਚ ਜਿਹੜੀਆਂ ਸਟੇਟਸ ਆ ਉਹਨਾਂ ਦੇ ਅਧਿਕਾਰ ਜਿਹੜੇ ਆ ਆਪਣੇ ਕੋਲ ਲੈ ਰਿਹਾ ਵਾ, ਔਰ ਸਟੇਟਾਂ ਨੂੰ ਕਿਵੇਂ ਕਮਜ਼ੋਰ ਕਰ ਰਿਹਾ ਵਾ, ਉਹਨਾਂ ਦੀ ਹੋਂਦ ਜਿਹੜੀ ਆ ਉਹਨੂੰ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ ਵਾ। ਇਹਦੇ ਤੇ ਬਹੁਤ ਸਾਰੇ ਕਮੈਂਟ ਸਾਡੇ ਫੇਸਬੁੱਕ ਦੇ ਉੱਪਰ ਵੀ ਆਏ ਆ। ਹੁਣੇ ਹਰਜਿੰਦਰ ਸਿੰਘ ਸੰਧੇਵਾਲੀਆ ਸਾਡੇ ਨਾਲ ਜੁੜ ਗਏ ਨੇ। ਉਹ ਫੇਸਬੁੱਕ ਦੇ ਉੱਪਰ ਕਹਿ ਰਹੇ ਨੇ ਕਿ ਕਰੰਸੀ, ਮਿਲਟਰੀ, ਫੋਰਨ ਅਫੇਅਰਸ
ਇਹ ਸੈਂਟਰ ਕੋਲ ਹੋਣੀ ਚਾਹੀਦੀ ਹੈ ਔਰ ਬਾਕੀ ਜਿਹੜੀਆਂ ਅਧਿਕਾਰ ਆ ਉਹ ਸਟੇਟਾਂ ਕੋਲ ਹੋਣੇ ਚਾਹੀਦੇ ਆ। ਹਰਜਿੰਦਰ ਜੀ, ਇਹੋ ਹੀ ਮੰਗ ਅਕਾਲੀ ਦਲ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਵਿੱਚ ਬਹੁਤ ਸਾਲ ਕਰਦਾ ਰਿਹਾ, ਲੇਕਿਨ ਹੌਲੀ ਹੌਲੀ ਉਹ ਮੰਗ ਉਹਨਾਂ ਨੇ ਛੱਡਤੀ ਔਰ ਜਿੰਨੀਆਂ ਵੀ ਉਹਨਾਂ ਦੀਆਂ ਮੰਗਾਂ ਸੀ, ਭਾਵੇਂ ਉਹ ਚੰਡੀਗੜ੍ਹ ਦੀ ਟਰਾਂਸਫਰ ਸੀ, ਭਾਵੇਂ ਪਾਣੀਆਂ ਦਾ ਮਸਲਾ ਸੀ, ਪੰਜਾਬੀ ਸਪੀਕਿੰਗ ਏਰੀਆਜ਼ ਦਾ ਮਸਲਾ ਸੀ, ਉਹ ਹੌਲੀ ਹੌਲੀ ਸਾਰੀਆਂ ਗੱਲਾਂ ਜਿਹੜੀਆਂ ਵਾ ਉਹ ਰੁਲ ਗਈਆਂ, ਉੱਥੇ ਦੀ ਉੱਥੇ ਰਹਿ ਗਈਆਂ। ਲੇਕਿਨ ਇਹ ਜ਼ਰੂਰ ਹੋਇਆ ਵੀ ਅਕਾਲੀ ਦਲ ਇਹ ਗੱਲਾਂ ਛੱਡ ਕੇ ਕੇਂਦਰ ਦੀ ਮਦਦ ਦੇ ਨਾਲ ਦੁਬਾਰਾ ਸੱਤਾ ਦੇ ਵਿੱਚ ਆਪਣੀ ਭਾਈਵਾਲ ਪਾਰਟੀ ਭਾਜਪਾ ਦੇ ਨਾਲ ਸੱਤਾ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਆਉਂਦਾ ਰਿਹਾ। ਮੈਂ ਇਹ ਵੀ ਦੱਸ ਦੇਵਾਂ ਅਗਲੀ ਕਾਲ ਲੈਣ ਤੋਂ ਪਹਿਲਾਂ ਕਿ ਇਸ ਮਸਲੇ ਨੂੰ ਲੈ ਕੇ ਜੋ ਕੇਂਦਰ ਨੇ 3 ਆਰਡੀਨੈਂਸ ਪਾਸ ਕੀਤੇ ਆ, ਜਿਨ੍ਹਾਂ ਤੇ ਮੁੱਖ ਮੰਤਰੀ ਨੇ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਮੋਦੀ ਨੂੰ, ਇਸ ਮਸਲੇ ਨੂੰ ਲੈ ਕੇ ਪੰਜਾਬ ਕਾਂਗਰਸ ਸੁਨੀਲ ਜਾਖੜ ਨੇ ਅਨਾਉਂਸ ਕੀਤਾ ਵਾ ਕਿ ਜਿਹੜੇ ਕਾਂਗਰਸ ਦੇ ਸਟੇਟ ਦੇ ਪ੍ਰਧਾਨ ਨੇ ਕਿ ਉਹ ਜਨ ਅੰਦੋਲਨ ਸ਼ੁਰੂ ਕਰਨ ਜਾ ਰਹੇ ਆ ਕੇਂਦਰ ਦੇ ਇਸ ਵਤੀਰੇ ਦੇ ਖਿਲਾਫ। ਦੇਖਦੇ ਹਾਂ ਸਾਡੇ ਅਗਲੇ ਕਾਲਰ ਇਸ ਮਸਲੇ ਤੇ ਸਟੇਟਾਂ ਕਿਉਂ ਕਮਜ਼ੋਰ ਹੋ ਰਹੀਆਂ, ਕੀ ਕਰਨ ਦੀ ਲੋੜ ਹੈ, ਕੌਣ ਜ਼ਿੰਮੇਵਾਰ ਆ, ਦੇਖਦੇ ਹਾਂ ਕੀ ਕਹਿੰਦੇ ਆ। ਹੈਲੋ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਸੰਧੂ ਸਾਹਿਬ ਮੈਂ ਪ੍ਰੀਤ ਘੁੰਮਣ ਬੋਲਦਾ ਜੀ, ਫ੍ਰਿਜ਼ਨੋ ਕੈਲੀਫੋਰਨੀਆ ਤੋਂ। ਪ੍ਰੀਤ ਘੁੰਮਣ? ਹਾਂਜੀ ਸਰ, ਮੈਂ ਆਪਣੇ ਨਾਲ ਗੱਲ ਤੁਹਾਡੇ ਨਾਲ ਹੁੰਦੀ ਰਹੀ ਹੈ ਪਹਿਲਾਂ ਵੀ ਜੀ। ਹਾਂਜੀ ਹਾਂਜੀ ਪ੍ਰੀਤ, ਹਾਂਜੀ ਪ੍ਰੀਤ ਦੱਸੋ ਇਸ ਮਸਲੇ ਤੇ ਕੀ ਕਹਿਣਾ ਚਾਹੁੰਦੇ ਜੀ? ਸਰ ਸਭ ਤੋਂ ਵੱਡੀ ਦੇਖੋ, ਤੁਸੀਂ ਜ਼ਿਆਦਾ ਐਕਸਪੀਰੀਅੰਸ ਹੋ, ਅਸੀਂ ਛੋਟੇ ਬੱਚੇ ਹਾਂ, ਤੁਹਾਡੇ ਮੁਕਾਬਲੇ ਨੇ ਪੜ੍ਹੇ ਲਿਖੇ ਵੀ ਨਹੀਂ, ਪਰ ਮੇਰੀ ਜਿਹੜੀ ਸੋਚ ਆਪਣੀ ਉਹਦੇ ਮੁਤਾਬਕ ਇਹ ਹੈ ਜੀ ਵੀ ਜਦੋਂ ਵੀ ਕੋਈ ਸਰਕਾਰ ਬਣਦੀ ਹੈ, ਚਾਹੇ ਉਹ ਸੂਬਾ ਸਰਕਾਰ ਹੁੰਦੀ ਹੈ ਚਾਹੇ ਸੈਂਟਰ ਦੀ ਗਵਰਨਮੈਂਟ ਹੈ ਜੀ, ਉਹ ਸਰਕਾਰ ਦੇਸ਼ ਨੂੰ ਜਾਂ ਸਟੇਟ ਨੂੰ ਮਜ਼ਬੂਤ ਕਰਨ 'ਚ ਨਹੀਂ ਲੱਗਦੀ ਜੀ, ਉਹ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਵਿੱਚ ਤੁਰੀ ਫਿਰਦੀ ਹੈ। ਹੁਣ ਅਸੀਂ USA ਰਹਿੰਦੇ ਹਾਂ ਜੀ, USA ਦੇ ਵਿੱਚ ਪਾਲਿਸੀ ਆ, ਕੋਈ ਵੀ ਕਿਸੇ ਵੀ ਗਵਰਨਮੈਂਟ ਬਣ ਗਈ ਕਿਸੇ ਦੀ ਵੀ, ਚਲੋ ਇਸ ਵੇਲੇ USA ਦੀ ਬਦਕਿਸਮਤੀ ਹੈ ਕਿ ਟਰੰਪ ਇੱਥੇ ਰਾਸ਼ਟਰਪਤੀ ਹੈ, ਨਹੀਂ ਤੇ ਬਹੁਤ ਚੰਗੇ ਲੋਕ ਇੱਥੇ ਰਾਸ਼ਟਰਪਤੀ ਬਣ ਕੇ ਆਏ ਆ ਜਿਨ੍ਹਾਂ ਨੇ ਦੇਸ਼ ਨੂੰ ਅੱਗੇ ਲੈ ਕੇ ਗਏ ਆ। ਤੁਸੀਂ ਦੇਖੋ ਬੁਸ਼ ਦੀ ਲੜਾਈ ਤੋਂ ਬਾਅਦ ਓਬਾਮਾ ਬਣਿਆ, ਓਬਾਮਾ ਨੇ ਆਪਣੀ ਪਾਰਟੀ ਨਹੀਂ ਸਟਰੋਂਗ ਕੀਤੀ ਜੀ, ਓਬਾਮਾ ਨੇ ਆਪਣੀ ਕੰਟਰੀ ਨੂੰ ਸਟਰੋਂਗ ਕੀਤਾ, ਇਹਨਾਂ ਨੂੰ ਸਟਰੋਂਗ ਕੀਤਾ। ਜਦੋਂ ਇਹ ਜਿੰਨਾ ਚਿਰ ਇਹਨਾਂ ਦੀ ਪਾਲਿਸੀ ਇਹ ਚੇਂਜ ਨਾ ਹੋਵੇਗੀ ਸੰਧੂ ਸਾਹਿਬ ਜੀ, ਆਪਣੀ ਪਾਰਟੀ ਨਾਲੋਂ ਦੇਸ਼ ਨੂੰ ਜਾਂ ਸਟੇਟ ਨੂੰ ਸਟਰੋਂਗ ਕਰਾਂਗੇ, ਉਹਨਾਂ ਚਿਰ ਜਿਹੜੀਆਂ ਪਛੜਦੀਆਂ ਜਾਣਗੀਆਂ। ਤੁਸੀਂ ਅੱਜ ਦੇਖ ਲਓ ਸਾਡੇ ਦੇਸ਼ ਦੇ ਵਿੱਚ ਇਹ ਹਾਲ ਹੈ ਵੀ ਮਜ਼ਦੂਰਾਂ ਨੂੰ ਸਾਡੇ ਕੋਲ ਬੱਸਾਂ ਨਹੀਂ ਵੀ ਅਸੀਂ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾ ਸਕੀਏ। 5-7 ਮੀਲ ਦਾ ਸਫ਼ਰ ਕਰਕੇ ਲੋਕ ਤੁਰ ਕੇ ਗਏ ਆ। ਮਾਮਾ ਮਰ ਗਈਆਂ। ਬੱਸਾਂ ਤੇ ਹੈਗੀਆਂ ਪ੍ਰੀਤ ਜੀ, ਬੱਸਾਂ ਤੇ ਹੈਗੀਆਂ ਵਾ, ਵਿਲ ਹੈ ਨਹੀਂ ਸੀ ਐਕਚੁਅਲੀ, ਇੰਟੈਂਸ਼ਨ ਹੈ ਨਹੀਂ ਸੀਗੀ। ਬੱਸਾਂ ਤੇ ਬਹੁਤ ਆ, ਗੱਡੀਆਂ ਵੀ ਬਹੁਤ ਆ। ਤੁਸੀਂ ਦੇਖੋ ਯੂਪੀ ਤੋਂ ਉਹਨੇ ਜਿਹੜਾ ਦਿੱਤੇਨਾਥ ਯੋਗੀ ਉਹਨੇ ਬੱਸਾਂ ਹੀ ਮੋੜਤੀਆਂ ਵੀ ਉਹ ਸਰਕਾਰ ਨੇ ਭੇਜੀਆਂ ਜੀ। ਉਹਦੇ ਕਿੱਦਾਂ ਦੇ ਲੋਕ ਆ ਜੇ ਆਪ ਨਹੀਂ ਕੁਝ ਕਰ ਸਕਦੇ, ਜੇ ਕੋਈ ਕਰਦਾ ਤੇ ਉਹਨੂੰ ਮੋੜੀ ਜਾਂਦੇ ਆ। ਸਰਕਾਰਾਂ ਸਟੇਟਾਂ ਦੇ ਪਿੱਛੇ ਜਾਣਗੀਆਂ ਨਾ ਜੀ। ਰਾਈਟ, ਬਿਲਕੁਲ ਠੀਕ ਹੈ। ਮੇਰੀ ਇਹ ਓਪੀਨੀਅਨ ਹੈ ਵੀ ਇਹ ਲੋਕ ਬੜੀ ਚੰਗੀ ਸਰਕਾਰਾਂ ਚੁਣ ਤੇ ਜਵਾਬ ਕਰਨ, ਚਾਹੇ ਅਸੀਂ ਜਿਹਨੂੰ ਵੀ ਵੋਟ ਪਾਈ ਆ, ਸਾਨੂੰ ਹੱਕ ਹੋਣਾ ਚਾਹੀਦਾ ਉਸ ਬੰਦੇ ਕੋਲ ਜਵਾਬ ਕਰਨਾ। ਬਿਲਕੁਲ ਛੱਡ ਕੇ ਉਹਦੇ ਕੋਲ ਜਵਾਬ ਪੁੱਛਣਾ, ਸਵਾਲ ਪੁੱਛਣਾ ਚਾਹੀਦਾ ਜੀ ਵੀ ਅਸੀਂ ਤੁਹਾਨੂੰ ਵੋਟ ਪਾਈ ਆ, ਸਾਨੂੰ ਦੱਸੋ। ਅਸੀਂ ਸਾਹਿਬ ਅੱਜ ਸਾਡੇ ਰੇਡੀਓ ਦੇ ਚੈਨਲ ਤੇ ਕਹਿ ਰਹੇ ਹਾਂ, ਅਸੀਂ ਜਾਖੜ ਸਾਹਿਬ ਨੂੰ ਵੋਟ ਪਾਈ ਸੀ, ਗੁਰਦਾਸਪੁਰ ਡਿਸਟ੍ਰਿਕਟ ਆ, ਅਸੀਂ ਜਾਖੜ ਸਾਹਿਬ ਨੂੰ ਇੱਕ ਵਾਅਦੇ ਨਾਲ ਵੋਟ ਪਾਈ ਸੀ ਜੀ ਵੀ ਅਸੀਂ ਸਾਡੇ ਕੋਲ ਸਟੇਡੀਅਮ ਲੈਣਾ ਆਪਣੇ ਪਿੰਡ 'ਚ, ਚੱਲਿਆ ਉਹਨਾਂ ਨੇ ਦਿੱਤਾ ਵੀ ਸਾਨੂੰ। ਅਸੀਂ ਕਦੇ ਵੀ ਡਰੀਏ ਜੀ, ਅਸੀਂ ਵੋਟ ਦਿੰਦੇ ਹਾਂ, ਜਦੋਂ ਵੋਟ ਦੇਣੀ ਹੈ ਤਾਂ ਸਾਨੂੰ ਹੱਕ ਹੈ ਆਪਣੇ ਪਿੰਡ ਦੀ ਡਿਵੈਲਪਮੈਂਟ ਕਰਨ ਦਾ। ਬਟ ਪ੍ਰੀਤ ਤੁਸੀਂ ਵੋਟ ਤੇ ਜ਼ਰੂਰ ਪਾਈ, ਪਰ ਤੁਹਾਨੂੰ ਨਹੀਂ ਸੀ ਲੱਗਦਾ ਵੀ ਕਾਂਗਰਸ ਪਾਰਟੀ ਦੀ ਬੜੀ ਵੱਡੀ ਗਲਤੀ ਸੀਗੀ ਵੀ ਇੱਕ ਬੰਦਾ ਜਿਹੜਾ ਪੰਜਾਬ ਦੇ ਦੂਜੇ ਹਿੱਸੇ ਦਾ ਰਹਿਣ ਵਾਲਾ ਵਾ, ਸ਼ਾਇਦ ਗੁਰਦਾਸਪੁਰ ਸਾਰੀ ਜ਼ਿੰਦਗੀ ਦੇ ਵਿੱਚ 2 ਜਾਂ 3 ਵਾਰੀ ਗਿਆ ਹੋਊਗਾ, ਪਤਾ ਨਹੀਂ ਉਹ ਵੀ ਗਏ ਕਿ ਨਹੀਂ ਗਏ, ਕਿ ਉਹਨਾਂ ਨੂੰ ਉੱਥੋਂ ਜਾ ਕੇ ਖੜਾ ਕਰਤਾ? ਤਾਂ ਲੋਕਾਂ ਦੀ ਸੰਧੂ ਸਾਹਿਬ ਮਾਨਸਿਕਤਾ ਦਾ ਪਤਾ ਲੱਗਦਾ ਹੈ। ਜਿਹੜਾ ਬੰਦਾ ਹੁਣ ਵੀ ਨਹੀਂ ਆਇਆ, ਜਦੋਂ ਮਹਾਮਾਰੀ ਪਈ, ਉਹ ਆਪਣੇ ਪੁੱਤਰ ਦੀਆਂ ਮੂਵੀਆਂ ਬਣਾ ਰਿਹਾ ਬੰਬੇ 'ਚ ਬੈਠਾ, ਉਹਨੂੰ ਜਿਤਾਤਾ ਦੱਸੋ ਆਣ ਕੇ ਉਹ ਗੱਡੀ 'ਚ ਆ ਕੇ ਉਹਨੇ ਹੱਥ ਹਿਲਾ ਕੇ ਜਿੱਤ ਗਿਆ। ਤੁਸੀਂ ਲੋਕਾਂ ਨੂੰ ਫਿਰ ਡਿਵੈਲਪਮੈਂਟ ਕਿੱਥੋਂ ਲੱਭੋਗੇ ਜਦੋਂ ਕਨਈਏ ਕੁਮਾਰ ਵਰਗਾ ਬੰਦਾ ਹਾਰ ਜਾਏਗਾ, ਹੰਸਰਾਜ ਵਰਗੇ ਬੰਦੇ ਦਿੱਲੀ ਜਾ ਕੇ ਜਿੱਤ ਜਾਣਗੇ, ਸਨੀ ਦਿਓਲ ਵਰਗੇ ਜਿੱਤ ਜਾਣਗੇ, ਤੇ ਸੌਰੀ ਟੂ ਸੇ ਦੈਟ ਸਦੀਕ ਸਾਹਿਬ ਵਰਗੇ ਜਿੱਤ ਜਾਣਗੇ, ਤੇ ਕਦੇ ਯਾਰ ਜੇਗਾ ਤੇ ਡਿਵੈਲਪਮੈਂਟ ਕਿੱਥੋਂ ਹੋਏਗੀ ਜੀ ਦੇਸ਼? ਮਿਹਰਬਾਨੀ। ਵਾਕਈ ਅਸੀਂ ਬੰਦੇ ਜਦੋਂ ਚੁਣਦੇ ਆ, ਵੋਟਾਂ ਪਾਉਂਦੇ ਆ, ਉਦੋਂ ਧਿਆਨ ਨਹੀਂ ਰੱਖਦੇ। ਚੰਗੇ ਬੰਦੇ ਕਈ ਵਾਰ ਹਰਾ ਦਿੰਦੇ ਆ ਔਰ ਦੂਸਰੇ ਬੰਦੇ ਜਿਹੜੇ ਆ ਜਿੱਤ ਜਾਂਦੇ। ਮੀਨਵਾਈਲ ਰਾਜਵਿੰਦਰ ਪੰਨੂ ਨੇ ਕਿਹਾ ਵਾ ਕਿ ਜਦੋਂ GST ਲਿਆਂਦੀ ਗਈ ਸੀ, ਗੁੱਡਸ ਐਂਡ ਸਰਵਿਸਿਜ਼ ਟੈਕਸ, ਉਦੋਂ ਰਾਜਾਂ ਨੂੰ ਲੱਗਦਾ ਸੀ ਵੀ ਅਸੀਂ ਸਾਨੂੰ ਮੁਆਵਜ਼ਾ ਮਿਲੂਗਾ, ਸਾਡਾ ਸ਼ੇਅਰ ਤੇ ਮਿਲੂਗਾ, ਹੀ ਮੁਆਵਜ਼ਾ ਹੀ ਮਿਲੂਗਾ, ਪਰ ਹੁਣ ਅਸੀਂ ਸਟੇਟਾਂ ਜਿਹੜੀਆਂ ਆਪਣੇ ਸ਼ੇਅਰ ਵਾਸਤੇ ਵੀ ਰੋ ਰਹੀਆਂ ਵਾ। ਮੀਨਵਾਈਲ ਸਾਧੂ ਸਿੰਘ ਸੰਧੂ, ਦੀਪ ਸਿੰਘ ਹੁਣੀ ਵੀ ਸਾਡੇ ਨਾਲ ਜੁੜ ਗਏ ਨੇ। ਦੀਪ ਸਿੰਘ ਕਹਿ ਰਹੇ ਨੇ ਆਜ਼ਾਦੀ ਹੀ ਹਾਲਿਆ ਪੰਜਾਬ ਦਾ। ਦੀਪ ਸਿੰਘ ਜੀ, ਕੁਝ ਲੋਕੀ ਜੋ ਤੁਸੀਂ ਜ਼ੁਬਾਨ ਬੋਲ ਰਹੇ ਜੇ, ਜੋ ਤੁਸੀਂ ਮੰਗ ਕਰ ਰਹੇ ਜੇ, ਦੀ ਮੰਗ ਕਰਦੇ ਆ, ਪਰ ਮੇਰਾ ਖਿਆਲ ਹੈ ਇਹੋ ਜੀ ਗੱਲ ਕਰਨ ਤੋਂ ਪਹਿਲਾਂ ਬਹੁਤ ਸੋਚ ਵਿਚਾਰ ਕਰਨ ਦੀ ਲੋੜ ਆ।
ਹੁਣ ਤੱਕ ਜੋ ਕੁਝ ਹੁੰਦਾ ਰਿਹਾ ਵਾ ਉਹਦਾ ਨੁਕਸਾਨ ਹੀ ਹੁੰਦਾ ਰਿਹਾ ਵਾ। 1947 ਦੇ ਵਿੱਚ ਵੰਡ ਦੇ ਵਿੱਚ ਤੁਸੀਂ ਵੇਖ ਲਓ ਕਿੰਨਾ ਨੁਕਸਾਨ ਹੋਇਆ, ਆਪਣਾ ਹੀ ਨੁਕਸਾਨ ਅਸੀਂ ਕਰਾਇਆ। 65 ਦੇ ਵਿੱਚ 66 ਦੇ ਵਿੱਚ ਅਸੀਂ ਜੋ ਕੀਤਾ ਕੀ ਕੀਤਾ, ਆਪਣੇ ਪੈਰ ਤੇ ਕੁਹਾੜੀ ਮਾਰ ਕੇ ਆਪਣਾ ਅੱਧਾ ਹਿੱਸਾ ਜਿਹੜਾ ਵਾ ਦੂਜੇ ਪਾਸੇ ਦੇ ਦਿੱਤਾ। ਸੋ ਇਦਾਂ ਦੀ ਮੰਗ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਵਾ ਵੀ ਲੋਕਾਂ ਦਾ ਕੀ ਅਸਰ ਹੋਊ, ਜਿਹੜੇ ਪੰਜਾਬ ਤੋਂ ਬਾਹਰ ਲੋਕੀ ਸਿੱਖ ਵਸਦੇ ਆ, ਬਾਹਰ ਦੂਜਿਆਂ ਰਾਜਾਂ 'ਚ ਰਹਿੰਦੇ ਉਹਨਾਂ ਦਾ ਕੀ ਬਣੂਗਾ, ਬਾਹਰ ਕੀ ਬਣੂਗਾ, ਬਾਹਰਲੇ ਮੁਲਕ ਕੀ ਚਾਹੁੰਦੇ ਆ, ਪੰਜਾਬ ਦੇ ਲੋਕ ਕੀ ਚਾਹੁੰਦੇ ਆ। ਸੋ ਇਹਨਾਂ ਗੱਲਾਂ 'ਤੇ ਵਿਚਾਰ ਕਰਨ ਦੀ ਲੋੜ ਆ। ਐਵੇਂ ਸਿਰਫ ਇੱਕ ਗੱਲ ਕਰ ਦੇਣੀ ਜਿਹੜੀ ਆ ਇਹ ਬਹੁਤ ਇੱਕ ਘਾਤਕ ਸਾਬਤ ਹੋ ਸਕਦੀ, ਮੈਂ ਤੁਹਾਨੂੰ ਕੌਸ਼ਨ ਕਰਦਾ, ਘਾਤਕ ਸਾਬਤ ਹੋ ਸਕਦੀ ਹੈ। ਸੋ ਇਦਾਂ ਦੀ ਗੱਲ ਜਿਹੜੀ ਆ ਬਿਲਕੁਲ ਬਿਨਾਂ ਸੋਚੇ ਸਮਝੇ ਕਰ ਦੇਣੀ ਮੇਰੇ ਹਿਸਾਬ ਦੇ ਨਾਲ ਸਹੀ ਨਹੀਂ। ਸ਼ੇਰਗਿੱਲ ਕਹਿ ਰਹੇ ਨੇ ਕਿ ਟ੍ਰੈਡੀਸ਼ਨਲ ਪਾਰਟੀਆਂ ਦੇ ਲੀਡਰ ਜਿਹੜੇ ਉਹਨਾਂ ਨੂੰ ਰਿਟਾਇਰ ਹੋਣਾ ਚਾਹੀਦਾ, ਨਵੇਂ ਬੰਦਿਆਂ ਨੂੰ ਅੱਗੇ ਆਉਣਾ ਚਾਹੀਦਾ। ਮੈਂ ਤੇ ਲਗਾਤਾਰ ਸ਼ੇਰ ਸਿੰਘ ਜੀ ਇਹ ਗੱਲ ਕਹਿੰਦਾ ਆ ਰਿਹਾ। ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਦੇਖਦੇ ਹਾਂ ਉਹਨਾਂ ਦਾ ਕੀ ਵਿਚਾਰ ਹੈ। ਹੈਲੋ ਹੈਲੋ, ਹਾਂਜੀ ਕੌਣ ਬੋਲ ਰਹੇ ਜੀ? ਮੈਂ ਹਕੀਕਤ ਬੋਲ ਰਿਹਾ ਸਿਆਟਲ ਤੋਂ। ਸਿਆਟਲ ਤੋਂ ਕੌਣ ਜੀ? ਹਕੀਕਤ ਬੋਪਰਾ ਜੀ। ਹਕੀਕਤ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਇਸ ਤੋਂ ਪਹਿਲਾਂ ਕਿ ਤੁਸੀਂ ਆਪਣੀ ਗੱਲ ਕਰੋ, ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵਾਂ ਕਿ ਪੰਜਾਬ ਇਤਰਾਜ਼ ਇਹ ਕਰ ਰਿਹਾ ਵਾ ਵੀ ਜਿਹੜੇ ਨਵੇਂ ਆਰਡੀਨੈਂਸ ਲਿਆਂਦੇ ਆ ਇਹਦੇ ਨਾਲ ਸਟੇਟ ਦੇ ਪਿੰਡਾਂ ਦੀ ਡਿਵੈਲਪਮੈਂਟ ਬਿਲਕੁਲ ਖਤਮ ਹੋ ਜੂਗੀ ਔਰ 3600 ਕਰੋੜ ਰੁਪਈਆ ਜਿਹੜਾ ਮੰਡੀ ਬੋਰਡ ਨੂੰ ਆਉਂਦਾ ਸੀ, ਜਿਹਦੇ ਨਾਲ ਸੜਕਾਂ ਬਣਦੀਆਂ ਸੀ, ਪਿੰਡਾਂ ਦੀਆਂ ਲਿੰਕ ਰੋਡ ਬਣਦੀਆਂ ਸੀ, ਉਹ ਨਹੀਂ ਬਣ ਸਕਣਗੀਆਂ। ਸੋ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਹੋਣ ਜਾ ਰਿਹਾ। ਹਾਂਜੀ ਹਕੀਕਤ ਜੀ, ਸਟੇਟਾਂ ਕਿਉਂ ਕਿਉਂ ਕਮਜ਼ੋਰ ਹੋ ਰਹੀਆਂ ਵਾ, ਕੀ ਕਰਨ ਦੀ ਲੋੜ ਹੈ ਇਹਦੇ ਬਾਰੇ? ਸਰ ਜੀ ਮੇਰਾ ਤਾਂ ਇਹੀ ਸੁਝਾਅ ਬਈ ਪਹਿਲਾਂ ਜਿਹੜੇ ਕਾਂਗਰਸ ਨੇ ਕੰਡੇ ਬੀਜੇ ਸੀ ਉਹੀ ਕੰਡੇ ਆਪਾਂ ਚੁਗ ਰਹੇ ਹਾਂ। ਹਾਂ ਉਸ ਤੋਂ ਬਾਅਦ ਹੁਣ ਆਪਾਂ ਨੂੰ ਸੋਚਣਾ ਪੈਣਾ ਵੀ ਆਪਾਂ ਇੱਥੇ ਦੀਆਂ ਜਿਹੜੀਆਂ ਰਾਜਸੀ ਪਾਰਟੀਆਂ ਨੇ ਕਾਂਗਰਸੀਆਂ ਕਰ ਲਈ ਉਹਨਾਂ ਤੋਂ ਕਿਵੇਂ ਖੜਾ ਛੱਡਣਾ ਆਪਦਾ। ਓਕੇ, ਮਿਹਰਬਾਨੀ ਹਕੀਕਤ ਜੀ। ਤੁਹਾਨੂੰ ਹਕੀਕਤ ਹੋਣਾ ਦਾ ਹਕੀਕਤ ਬੋਪਰਾ ਹੋਣਾ ਦਾ ਵਿਚਾਰ ਆ ਕਿ ਜਿਹੜੀਆਂ ਪਾਰਟੀਆਂ ਨੇ ਨੁਕਸਾਨ ਕੀਤਾ ਉਹਨਾਂ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਵਾ। ਜੋ ਅਸੀਂ ਇਸ ਵੇਲੇ ਵੱਢ ਰਹੇ ਹਾਂ, ਜੋ ਅਸੀਂ ਬੀਜਿਆ ਸੀ ਉਹੀ ਵੱਢ ਰਹੇ ਹਾਂ ਔਰ ਸਾਨੂੰ ਅਗਾਂਹ ਵਾਸਤੇ ਸੁਚੇਤ ਰਹਿਣਾ ਹੋਊਗਾ ਔਰ ਸਹੀ ਬੰਦਿਆਂ ਨੂੰ ਚੁਣਨਾ ਹੋਊ। ਇਹ ਉਹਨਾਂ ਦਾ ਵਿਚਾਰ ਆ। ਬਹੁਤ ਵਧੀਆ ਡਿਸਕਸ਼ਨ ਹੋ ਰਹੀ ਸੀ। ਮੈਨੂੰ ਪਤਾ ਤੁਹਾਡੇ ਚੋਂ ਹੋਰ ਵੀ ਬਹੁਤ ਲੋਕੀ ਜਿਹੜੇ ਆ ਉਹ ਕਾਲ ਕਰਨਾ ਚਾਹਣਗੇ ਜਾਂ ਕਮੈਂਟ ਕਰਨਾ ਚਾਹਣਗੇ, ਪਰ ਹੁਣ ਕਿਉਂਕਿ ਸਮਾਂ ਖਤਮ ਹੋ ਰਿਹਾ, ਮੈਨੂੰ ਦਿਓ ਇਜਾਜ਼ਤ। ਵਾਕਈ ਰਾਜਾਂ ਜਿਹੜੀਆਂ ਵਾ ਕਮਜ਼ੋਰ ਹੋ ਰਹੀਆਂ ਵਾ ਔਰ ਇਹਦੇ ਰਾਜਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਸਟ੍ਰੈਟਜੀ ਬਣਾਉਣੀ ਪਊਗੀ ਔਰ ਤਦ ਹੀ ਕੇਂਦਰ ਨੂੰ ਜੋ ਕੇਂਦਰ ਕਰ ਰਿਹਾ ਵਾ ਉਹਦੇ ਤੇ ਠੱਲ ਪੈ ਸਕਦੀ ਆ ਔਰ ਇਹ ਪ੍ਰੋਸੈਸ ਰਿਵਰਸ ਹੋ ਸਕਦਾ। ਇਹਨਾਂ ਸ਼ਬਦਾਂ ਦੇ ਨਾਲ ਮੈਨੂੰ ਦਿਓ ਹੁਣ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। This program is sponsored by Prime Link Express, Gurmeet Malik, Union Truck Stop, Bakersfield, Sukhi Kuman,